ਕਿਸਾਨੀ ਮਸਲਾ ਪੀਕ ਦੇ ਉੱਤੇ ਹੈ, ਸੰਘਰਸ਼ ਪੀਕ ਦੇ ਉੱਤੇ ਹੈ। ਤੁਸੀਂ ਹੁਣ ਇਸ ਸੰਘਰਸ਼ ਨੂੰ ਪੰਜਾਬ ਤੋਂ ਚੱਲ ਕੇ ਸੰਘਰਸ਼ ਦਿੱਲੀ ਤੇ ਗੁਰੂਆਂ ਦੇ ਪੁੱਜ ਚੁੱਕਿਆ, 1.5 ਮਹੀਨਾ ਤਕਰੀਬਨ ਹੋ ਚੁੱਕਿਆ ਉੱਥੇ ਬੈਠਿਆਂ ਨੂੰ। ਤੇ ਕਿਸਾਨ ਕਹਿੰਦੇ ਨੇ ਅਸੀਂ ਫਾਇਦਾ ਨਹੀਂ ਲੈਣਾ। ਇਹ ਬੜੀ ਢਾਈ ਹਰਫੀ ਜੀ ਗੱਲ ਹੈ ਵੀ ਜੇ ਕਿਸਾਨ ਨਹੀਂ ਚਾਹੁੰਦੇ, ਜੇ ਤੇ ਕਿਸਾਨਾਂ ਖਾਤਰ ਬਣਾਏ ਨੇ, ਕਿਸਾਨ ਉਹ ਫਾਇਦਾ ਨਹੀਂ ਲੈਣਾ ਚਾਹੁੰਦੇ ਵੀ ਵਾਪਸ ਕਰ ਲਓ। ਮੇਰਾ ਖਿਆਲ ਹੈ ਜੀ ਬਹੁਤੀ ਵੱਡੀ ਗੱਲ ਹੈ ਹੀ ਨਹੀਂ। ਪਰ ਮੋਦੀ ਸਾਹਿਬ ਨੇ ਇੱਕ ਇਹ ਹੈ ਵੀ ਈਗੋ ਹੈ, ਮੈਂ ਹੈ ਕਿ ਜੋ ਮੈਂ ਕਹਤਾ ਉਹੀ ਗੱਲ ਹੋਣੀ ਹੈ। ਬੀਜੇਪੀ ਸਰਕਾਰ ਕਹਿੰਦੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਮਨਸ਼ਾ ਉਹਨਾਂ ਦੀ ਆਹੀ ਹੈ। ਪਰ ਕਿਸਾਨ ਕਹਿੰਦੇ ਅਸੀਂ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਣਾ। ਵਿੱਚੋਂ ਇੱਕ ਗੱਲ ਨਿਕਲ ਕੇ ਆ ਰਹੀ ਹੈ, ਚੱਲਦੀ ਹੈ ਗੱਲ ਇਹ ਕਿ ਸਟੇਟਾਂ ਉੱਤੇ ਛੱਡ ਦੇਊਗੀ ਸਰਕਾਰ, ਕਿ ਜਿਸ ਸਟੇਟ ਨੇ ਲਾਗੂ ਕਰਨਾ ਹੋਊਗਾ ਉਹ ਸਟੇਟ ਲਾਗੂ ਕਰ ਲੂਗੀ, ਜਿਸ ਸਟੇਟ ਨੇ ਇਹ ਕਾਨੂੰਨ ਲਾਗੂ ਨਹੀਂ ਕਰਨੇ ਉਹ ਲਾਗੂ ਨਹੀਂ ਕਰਨਗੇ। ਇਹਨੂੰ ਲੈ ਕੇ ਵੀ ਫਿਰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਮੇਰੇ ਖਿਆਲ ਹਾਲ ਤੱਕ ਤਾਂ ਇਹ ਮੂੰਹ ਜ਼ਬਾਨੀ ਗੱਲਾਂ ਹੀ ਨੇ, ਇਹ ਸੁਣਨੀਆਂ ਜ਼ਰੂਰ ਨੇ, ਪਰ ਇਹਨੂੰ ਚੱਲਦਿਆਂ ਨੂੰ ਕਿੰਨਾ ਚਿਰ ਹੋ ਗਿਆ। ਪਿੱਛੇ ਮੀਟਿੰਗ ਹੋਈ ਆ, ਮੀਟਿੰਗ ਤੋਂ ਪਹਿਲਾਂ ਦੀ ਗੱਲ ਚੱਲ ਰਹੀ ਹੈ ਇਹ ਕਿ ਵੀ ਇਹ 8 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਵੀ ਉਹਦੇ ਵਿੱਚ ਸਟੇਟਾਂ ਨੂੰ ਅਧਿਕਾਰ ਦੇ ਦੇਣਗੇ, ਪਰ ਉੱਥੇ ਉਹਨਾਂ ਨੇ ਗੱਲ ਨਹੀਂ ਸ਼ੁਰੂ ਕੀਤੀ ਹੈ। ਜੇ ਇਹਦੇ ਮੈਂ ਇਹ ਪੁੱਛਦਾ ਕਿ ਸਰਕਾਰ ਦਾ ਕੀ ਨੁਕਸਾਨ ਹੈ ਇਹਦੇ 'ਚ? ਜੇ ਕਾਨੂੰਨ ਵਾਪਸ ਹੋ ਜਾਣ, ਸਰਕਾਰ ਦਾ ਨੁਕਸਾਨ ਦੱਸ ਦੇਣ ਵੀ ਆਹ ਨੁਕਸਾਨ ਹੋ ਰਿਹਾ ਹੈ। ਰੱਖੜਾ ਸਾਹਿਬ, ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ। ਹੁਣ ਪਿੱਛੇ ਜੀ ਵੀ ਅਕਾਲੀ ਦਲ ਵੱਲੋਂ ਖੇਤਰੀਆਂ ਪਾਰਟੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਨਵੇਂ ਸਾਲ ਦੀ ਆਮਦ 'ਤੇ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਫੈਡਰਲਿਜ਼ਮ ਨੂੰ ਲੈ ਕੇ। ਜੋ ਮੋਦੀ ਸਾਹਿਬ ਕਰ ਰਹੇ ਨੇ ਕਿ ਹਰ ਚੀਜ਼ ਸੈਂਟਰ ਦੇ ਵਿੱਚ ਲਿਆਓ, ਸੈਂਟਰਲਾਈਜ਼ ਕਰ ਦਿਓ, ਹਰ ਚੀਜ਼ ਸੈਂਟਰਲਾਈਜ਼ ਕਰ ਲਓ। ਜਦੋਂ ਇਹ ਕਰਦੇ ਜਾਣਗੇ, ਚਾਹੁੰਦੇ ਨੇ ਕਿ ਖੇਤਰੀ ਪਾਰਟੀਆਂ ਨੂੰ ਮਾਰ ਦਿਓ, ਖੇਤਾਂ ਕੋਲ ਸਟੇਟਾਂ ਕੋਲ ਕੋਈ ਅਧਿਕਾਰ ਨਾ ਰਹੇ, ਅਖੀਰ ਨੂੰ ਫਿਰ ਇਹ ਤਾਂ ਕਰਨਾ ਹੀ ਪੈਣਾ। ਮੇਰਾ ਖਿਆਲ ਹੈ ਸਾਰੀਆਂ ਸਟੇਟਾਂ ਚਾਹੁੰਦੀਆਂ ਨੇ ਇਹ, ਤੇ ਜੇ ਗੁਰੂ ਨੇ ਕਿਰਪਾ ਕਰੀ ਛੇਤੀ ਮੀਟਿੰਗ ਕਰਾਂਗੇ ਤੇ ਮੀਟਿੰਗ ਕਰਕੇ ਕੋਈ ਨਾ ਕੋਈ ਦਾ ਸਿੱਟਾ ਕੱਢਾਂਗੇ। ਰਾਜਨਾਥ ਸਿੰਘ ਦਾ ਕਹਿਣਾ ਕਿ ਇਹਨਾਂ ਕਾਨੂੰਨਾਂ ਨੂੰ ਆਪਾਂ 2 ਸਾਲ ਲਾਗੂ ਕਰਕੇ ਦੇਖ ਲੈਂਦੇ ਹਾਂ। ਜੇਕਰ ਸਕਾਰਾਤਮਕ ਪੋਜ਼ੀਟਿਵ ਨਤੀਜਾ ਰਿਹਾ, ਕਿਸਾਨਾਂ ਦੀ ਆਮਦਨ ਡਬਲ ਹੋ ਗਈ ਤਾਂ ਕਾਨੂੰਨਾਂ ਨੂੰ ਇਹਨੂੰ ਰੱਖ ਲਾਂਗੇ। ਜੇਕਰ ਇਹਨਾਂ ਦੇ ਮਾੜੇ ਪ੍ਰਭਾਵ ਪਏ ਕਾਨੂੰਨਾਂ ਦੇ, ਫਿਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਵਾਂਗੇ। ਇਹ ਬੀਜੇਪੀ ਦਾ ਕਿਹੋ ਜਿਹਾ ਪੈਮਾਨਾ? ਹੋਲਡ ਕਰ ਲਓ ਤੇ ਕਿਸਾਨਾਂ ਨੂੰ ਬੁਲਾ ਲਓ, ਕਿਸਾਨਾਂ ਦੀ ਸਲਾਹ ਦੇ ਨਾਲ ਜੋ ਜਿਵੇਂ ਕਿਸਾਨ ਕਹਿੰਦੇ ਨੇ ਉਹ ਹੋਲਡ ਕਰ ਲਓ। ਅਸਲ ਤਾਂ ਜਿੱਡੇ ਵੱਡੇ ਕਾਨੂੰਨ ਨੇ ਇਹਨਾਂ ਨੂੰ ਸਾਰੇ ਆਪੋਜੀਸ਼ਨ ਪਾਰਟੀ ਨੂੰ ਬੁਲਾਉਣਾ ਚਾਹੀਦਾ, ਕਿਸਾਨਾਂ ਨੂੰ ਬੁਲਾਉਣਾ ਚਾਹੀਦਾ, ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਕਰਨ ਵੀ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ। ਇਸ ਗੱਲ ਦੇ ਵਿੱਚ ਉਹਨਾਂ ਦੀ ਗੱਲ ਵੱਧਦੀ ਹੈ, ਇਸ ਨਾਲ ਗੱਲ ਦੀ ਘਟਦੀ ਨਹੀਂ ਹੈ, ਪਰ ਉਹ ਆਪਣੀ ਤਾਂ ਈਗੋ ਵਾਲੀ ਗੱਲ ਹੈ ਨਾ, ਉਹੀ ਹੈਂਕੜ ਵਾਲੀ ਗੱਲ ਹੈ। ਸਰਕਾਰ ਦਾ ਸੁਝਾਅ ਦਿੰਦੀ ਹੈ ਕਿਸਾਨਾਂ ਨੂੰ ਕਿ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ, ਉੱਥੇ ਗੱਲਬਾਤ ਕਰ ਲਾਂਗੇ। ਕੀ ਸਰਕਾਰ ਆਪਣੇ 'ਤੇ ਟੋਰਾ ਝਾੜ ਕੇ ਕੋਰਟ 'ਤੇ ਰੱਖਣਾ ਚਾਹੁੰਦੀ ਹੈ ਵੀ ਜੋ ਕਿਸਾਨਾਂ ਪ੍ਰਤੀ ਜੋ ਕੋਰਟ ਦਾ ਆਰਡਰ ਹੋਊਗਾ ਉਹ ਅਸੀਂ ਫਿਰ ਨੀਤੀ ਬਣਾ ਲਾਂਗੇ? ਜੇ ਇਹ ਕਾਨੂੰਨ ਸੁਪਰੀਮ ਕੋਰਟ ਨੇ ਬਣਾਏ ਹੁੰਦੇ, ਉਹਨੇ ਇੰਪਲੀਮੈਂਟ ਕੀਤੇ, ਫਿਰ ਸੁਪਰੀਮ ਕੋਰਟ ਵਗ ਜਾਂਦੇ। ਇਹ ਕਾਨੂੰਨ ਤਾਂ ਬਣਾਇਆ ਸਰਕਾਰ ਨੇ ਤੇ ਜਾਈਏ ਅਸੀਂ ਸੁਪਰੀਮ ਕੋਰਟ। ਅਸੀਂ ਕਦੇ ਨਹੀਂ ਸੁਪਰੀਮ ਕੋਰਟ ਜਾਣਾ, ਅਸੀਂ ਸਾਡੀ ਡਿਊਟੀ ਮੈਂ ਸੁਪਰੀਮ ਕੋਰਟ ਜਾਣਾ। ਸਰਕਾਰ ਨੇ ਬਣਾਇਆ, ਸਰਕਾਰ ਵਾਪਸ ਲੈ ਲਵੇ। ਸਾਨੂੰ ਕਹਿ ਰਹੀ ਹੈ, ਸਾਨੂੰ ਰਾਈਜ਼ ਕਰ ਰਹੀ ਹੈ, ਤੁਸੀਂ ਉੱਥੇ ਵਗ ਜਾਓ। ਕਿਉਂ ਵਗ ਜੀ ਅਸੀਂ? ਹੁਣ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦਾ ਸਮਾਂ ਨਿੱਤ ਨੇੜੇ ਆਉਂਦਾ ਜਾ ਰਿਹਾ, ਤੇ ਅਕਾਲੀ ਦਲ ਦੀ ਹੁਣ ਫਿਰ ਸਟ੍ਰੈਟਜੀ, ਰਣਨੀਤੀ, ਅਕਾਲੀ ਦਲ ਦੀ ਤਿਆਰੀ? ਇਹ ਕਾਨੂੰਨਾਂ 'ਤੇ ਲੜਾਈ ਹੈ। ਇਹ ਕਾਨੂੰਨਾਂ ਦੀ ਲੜਾਈ ਲੜ ਕੇ ਫਿਰ ਆਪਣੀ ਅਸੈਂਬਲੀ ਦੀ ਲੜਾਈ ਲੜਾਂਗੇ, ਪੂਰੀ ਜ਼ੋਰ ਨਾਲ ਲੜਾਂਗੇ, ਅੱਜ ਜਿੱਤਾਂਗੇ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਰਕਾਰ ਬਣਾਵਾਂਗੇ। ਜਿਵੇਂ ਪਹਿਲਾਂ ਡਿਵੈਲਪਮੈਂਟ ਕੀਤੀ ਹੈ, ਪਹਿਲਾਂ ਤਰੱਕੀ ਕੀਤੀ ਹੈ, ਪਹਿਲਾਂ ਗਰੀਬਾਂ ਦੇ ਕੰਮ ਕੀਤੇ ਨੇ, ਉਹ ਹੁਣ ਫਿਰ ਕੰਮ ਕਰਾਂਗੇ, ਦੁਬਾਰਾ ਫਿਰ ਸ਼ੁਰੂ ਹੋਊਗੀ ਕੰਮ ਇਹ। ਸਤਿ ਸ਼੍ਰੀ ਅਕਾਲ ਦਰਸ਼ਕੋ, ਤੁਸੀਂ ਪੰਜਾਬੀ ਡਾਕ ਟੀਵੀ ਦੇਖ ਰਹੇ ਹੋ। ਮੈਂ ਹਾਂ ਗੁਰਜਿੰਦਰ ਸਿੰਘ ਭੰਗੂ। ਲਗਾਤਾਰ 1 ਮਹੀਨੇ ਦਾ ਉੱਤੇ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ ਦਿੱਲੀ ਦੇ ਬਰੂਹਾਂ 'ਤੇ ਬੈਠਿਆਂ ਨੂੰ, ਦਿੱਲੀ ਦੇ ਦਰਵਾਜ਼ਿਆਂ 'ਤੇ ਬੈਠਿਆਂ ਨੂੰ ਇੱਕੋ ਗੱਲ ਨੂੰ ਲੈ ਕੇ ਕਿ ਜੋ 3 ਕਾਨੂੰਨ ਬੀਜੇਪੀ ਸਰਕਾਰ ਨੇ ਪਾਸ ਕੀਤੇ ਨੇ ਉਹ ਕਾਨੂੰਨ ਖਾਰਜ ਕੀਤੇ ਜਾਣ, ਕਿਉਂਕਿ ਇਹ ਮਸਲਾ ਕਿਸਾਨੀ ਦੇ ਨਾਲ ਤਾਂ ਸੰਬੰਧਿਤ ਹੈਗਾ ਹੀ। ਇਹ ਜੋ ਕਾਨੂੰਨ ਹੈ ਇਹ ਸਾਡੀ ਪੰਜਾਬ ਦੀ ਹੋਂਦ ਦੀ ਲੜਾਈ ਹੈ। ਜੋ ਉਹ ਸੰਘਰਸ਼ੀਲ ਉੱਥੇ ਲੜਾਈ ਲੜ ਰਹੇ ਨੇ, ਉਹਨਾਂ ਦਾ ਕਹਿਣਾ ਕਿ ਜੇਕਰ ਇਹ ਕਾਨੂੰਨ ਅਮਲੀ ਰੂਪ ਦੇ ਵਿੱਚ ਲਾਗੂ ਹੋ ਜਾਂਦੇ ਨੇ ਤਾਂ ਸਾਡੀ ਪੰਜਾਬ ਦੀ ਹੋਂਦ ਨੂੰ ਖਤਰਾ, ਸਾਡੀ ਕਿਸਾਨੀ ਨੂੰ ਤਾਂ ਖਤਰਾ ਬਰਕਰਾਰ ਹੈ।
ਕਿਸਾਨ ਨੂੰ ਖੁੱਲੀ ਮੰਡੀ ਦੇ ਵਿੱਚ ਵਪਾਰੀ ਅੱਗੇ ਸੁੱਟ ਦੇਣਾ, ਇੱਕ ਤਰ੍ਹਾਂ ਨਾਲ ਇਹ ਕਿ ਇੱਕ ਸ਼ਿਕਾਰ ਨੂੰ ਭੇੜੀਆਂ ਅੱਗੇ ਜੰਗਲ ਦੇ ਵਿੱਚ ਸੁੱਟ ਦੇਣਾ। ਤਮਾਮ ਲੜਾਈਆਂ ਲੜੀਆਂ ਜਾ ਰਹੀਆਂ ਨੇ, ਯੁੱਧ ਲੜਿਆ ਜਾ ਰਿਹਾ। ਯੁੱਧ ਕਿਸ ਮਹਾਜ਼ 'ਤੇ ਲੜਿਆ ਜਾ ਰਿਹਾ? ਅੱਜ ਲੋਕ ਆ ਮੁਹਾਰੇ ਉੱਥੇ ਦਿੱਲੀ ਹੱਕ ਲੈਣ ਪਹੁੰਚੇ ਹੋਏ ਨੇ ਤੇ ਇੱਕੋ ਗੱਲ ਕਿ ਜੋ ਇਹ ਖੇਤੀ ਕਾਨੂੰਨ ਨੇ, ਇਹ ਖੇਤੀ ਕਾਨੂੰਨ ਰੱਦ ਕੀਤੇ ਜਾਣ। ਲਗਾਤਾਰ ਮੀਟਿੰਗਾਂ ਹੁੰਦੀਆਂ ਨੇ ਹਕੂਮਤ ਨਾਲ, ਬੀਜੇਪੀ ਸਰਕਾਰ ਨਾਲ। ਉਹ ਮੀਟਿੰਗਾਂ ਬੇਸਿੱਟਾ ਰਹਿੰਦੀਆਂ ਨੇ, ਉਹਨਾਂ ਮੀਟਿੰਗਾਂ ਵਿੱਚੋਂ ਕੁਝ ਨਿਕਲ ਕੇ ਨਹੀਂ ਆਉਂਦਾ। ਲਗਾਤਾਰ ਅਗਲੀ ਤਰੀਕ ਪਾ ਦਿੱਤੀ ਜਾਂਦੀ ਹੈ। 8 ਤਰੀਕ ਨੂੰ ਮੀਟਿੰਗ ਹੋਈ ਸੀ, ਇਸ ਤੋਂ ਬਾਅਦ ਹੁਣ ਅਗਲੀ ਤਰੀਕ ਦੇ ਦਿੱਤੀ ਹੈ ਕਿ ਅਗਲੀ ਤਰੀਕ ਦੇ ਵਿੱਚ ਮਸਲਾ ਇਹ ਵਿਚਾਰਿਆ ਜਾਊਗਾ। ਜਦੋਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜਦੋਂ ਇਹ ਮੀਟਿੰਗ ਸ਼ੁਰੂ ਹੋਈ ਸੀ ਤਾਂ ਉਸ ਮੀਟਿੰਗ ਦੇ ਸ਼ੁਰੂ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਹਿਤਾ ਸੀ ਕਿ ਖੇਤੀ ਕਾਨੂੰਨਾਂ ਨੂੰ ਰੱਦ ਲੈ ਕੇ ਅੱਜ ਕੋਈ ਗੱਲ ਨਹੀਂ ਹੋਊਗੀ। ਜੇਕਰ ਤੁਹਾਡੇ ਕੋਲ ਕੋਈ ਸੰਸ਼ੋਧਨ ਹੈ ਤਾਂ ਤੁਸੀਂ, ਪ੍ਰਸਤਾਵ ਹੈ ਕੋਈ, ਤਾਂ ਤੁਸੀਂ ਰੱਖ ਸਕਦੇ ਹੋ। ਕਿਸਾਨ ਜਥੇਬੰਦੀਆਂ ਅੱਗੇ ਪ੍ਰਪੋਜ਼ਲ ਰੱਖੀ ਸੀ ਤੇ ਉਸੇ ਮੀਟਿੰਗ ਦੇ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨਾਲ ਤਲਖੀ ਵੀ ਹੋਈ ਸੀ। ਬਲਵੀਰ ਸਿੰਘ ਰਾਜੇਵਾਲ ਦੀ ਉਹ ਵੀਡੀਓ ਤੁਸੀਂ ਸਾਰੇ ਦੇਖ ਚੁੱਕੇ ਹੋ ਤੇ ਅਗਲੀ ਤਰੀਕ ਪੈ ਚੁੱਕੀ ਹੈ। ਲਗਾਤਾਰ ਅਸੀਂ ਆਪਣੇ ਚੈਨਲ ਪੰਜਾਬੀ ਡਾਕ ਜ਼ਰੀਏ ਤੁਹਾਡੇ ਨਾਲ ਕਿਸਾਨ ਆਗੂਆਂ ਨੂੰ ਰੂਬਰੂ ਕਰਵਾ ਰਹੇ ਹਾਂ, ਕਿਸਾਨ ਪਰਿਵਾਰਾਂ ਦੀ ਗੱਲ ਰੱਖ ਰਹੇ ਹਾਂ, ਸਿਆਸੀ ਲੀਡਰਾਂ ਨਾਲ ਗੱਲਬਾਤ ਕਰਵਾ ਰਹੇ ਹਾਂ। ਅੱਜ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਅਕਾਲੀ ਦਲ ਦੇ ਉੱਘੇ ਲੀਡਰ ਨੇ, ਸਾਬਕਾ ਮੰਤਰੀ ਨੇ, ਲੋਕਾਂ ਦੇ ਵਿੱਚ ਅਕਾਲੀ ਦਲ ਦੀ ਤਰਜਮਾਨੀ ਕਰਦੇ ਨੇ। ਸਾਡੀ ਮੁਰਾਦ ਸੁਰਜੀਤ ਸਿੰਘ ਰਖੜਾ। ਰਖੜਾ ਸਾਹਿਬ, ਤੁਹਾਡਾ ਸਵਾਗਤ ਹੈ ਚੈਨਲ। ਬਹੁਤ ਧੰਨਵਾਦ ਭੰਗੂ ਸਾਹਿਬ, ਥੈਂਕ ਯੂ ਜੀ। ਰਖੜਾ ਸਾਹਿਬ, ਕਿਸਾਨੀ ਮਸਲਾ ਪੀਕ ਦੇ ਉੱਤੇ ਹੈ, ਸੰਘਰਸ਼ ਪੀਕ ਦੇ ਉੱਤੇ ਹੈ। ਤੁਸੀਂ ਹੁਣ ਇਸ ਸੰਘਰਸ਼ ਨੂੰ, ਜਦੋਂ ਪੰਜਾਬ ਤੋਂ ਚੱਲ ਕੇ ਸੰਘਰਸ਼ ਦਿੱਲੀ ਦੇ ਬਰੂਹਾਂ 'ਤੇ ਪੁੱਜ ਚੁੱਕਿਆ, 1.5 ਮਹੀਨਾ ਤਕਰੀਬਨ ਹੋ ਚੁੱਕਿਆ ਉੱਥੇ ਬੈਠਿਆਂ ਨੂੰ, ਤੁਸੀਂ ਅੱਜ ਇਸ 'ਤੇ ਕੀ ਵਿਚਾਰ ਰੱਖਦੇ ਹੋ? ਦੇਖੋ, ਇਹ ਤਾਂ ਬੜੀ ਸਿੱਧੀ ਜਿਹੀ ਗੱਲ ਹੈ ਕਿ ਕਿਸਾਨ, ਸਾਰਾ ਹਿੰਦੁਸਤਾਨ ਦਾ ਕਿਸਾਨ ਇਕੱਠਾ ਹੋਇਆ ਪਿਆ ਅੱਜ। ਪਹਿਲਾਂ ਇਹ ਪੰਜਾਬ ਤੋਂ ਸ਼ੁਰੂ ਹੋਇਆ ਸੀ, ਹਰਿਆਣਾ ਨਾਲ ਰਲਿਆ, ਹਰਿਆਣਾ ਤੋਂ ਬਾਅਦ ਸਾਰਾ ਹਿੰਦੁਸਤਾਨ ਰਲ ਗਿਆ। ਅੱਜ ਸਾਰੀ ਦੁਨੀਆ ਇੰਟਰਨੈਸ਼ਨਲ ਇਸ਼ੂ ਬਣ ਗਿਆ ਹੈ ਤੇ ਮੋਦੀ ਸਾਹਿਬ ਇੱਕੋ ਗੱਲ ਕਹਿ ਰਹੇ ਨੇ ਕਿ ਜਿਹੜੇ ਬਿੱਲ ਨੇ ਇਹ ਕਿਸਾਨਾਂ ਦੇ ਹੱਕ 'ਚ ਨੇ, ਕਿਸਾਨਾਂ ਦੇ ਫਾਇਦਾ ਕਰਨਗੇ। ਤੇ ਕਿਸਾਨ ਕਹਿੰਦੇ ਨੇ ਅਸੀਂ ਫਾਇਦਾ ਨਹੀਂ ਲੈਣਾ। ਇਹ ਤਾਂ ਬੜੀ ਢਾਈ ਹਰਫੀ ਜੀ ਗੱਲ ਹੈ ਵੀ ਜੇ ਕਿਸਾਨ ਨਹੀਂ ਚਾਹੁੰਦੀ, ਜੇ ਤੁਸੀਂ ਕਿਸਾਨਾਂ ਖਾਤਰ ਹੀ ਬਣਾਏ ਨੇ, ਕਿਸਾਨ ਉਹ ਫਾਇਦਾ ਨਹੀਂ ਲੈਣਾ ਚਾਹੁੰਦੇ, ਤੁਸੀਂ ਵਾਪਸ ਕਰ ਲਓ। ਮੇਰਾ ਖਿਆਲ ਐਡੀ ਬਹੁਤੀ ਵੱਡੀ ਗੱਲ ਹੈ ਹੀ ਨਹੀਂ। ਪਰ ਮੋਦੀ ਜੀ ਸਾਹਿਬ ਨੇ ਇੱਕ ਇਹ ਹੈ ਵੀ ਈਗੋ ਹੈ, ਮੈਂ ਹੈ ਕਿ ਜੋ ਮੈਂ ਕਹਤਾ ਉਹੀ ਗੱਲ ਹੋਣੀ ਹੈ। ਇਹਦੇ ਕਰਕੇ ਹੀ ਆਪਾਂ ਮਾਰ ਖਾ ਰਹੇ ਹਾਂ। ਜੇ ਦੇਖੋ, ਜਿਹੜਾ ਰਾਜਾ ਹੁੰਦਾ ਹੈ ਉਹਦੀ ਡਿਊਟੀ ਹੈ ਪ੍ਰਜਾ ਦੀ ਗੱਲ ਸੁਣਨੀ। ਜੇ ਪ੍ਰਜਾ ਦੀ ਗੱਲ ਠੀਕ ਹੋਵੇ ਤਾਂ ਉਹਨੂੰ ਮੰਨ ਲੈਣੀ ਚਾਹੀਦੀ ਹੈ। ਪਰ ਮੋਦੀ ਸਾਹਿਬ ਮੰਨਣ ਨੂੰ ਤਿਆਰ ਹੀ ਨਹੀਂ। ਅੱਜ ਆਪਾਂ ਦੇਖੀਏ, ਇੰਗਲੈਂਡ ਦੇ ਪ੍ਰਾਈਮ ਮਿਨਿਸਟਰ ਨੇ ਜਵਾਬ ਦਿੱਤਾ ਕਿ ਮੈਂ ਤੁਹਾਡੇ ਕੋਲ 26 ਜਨਵਰੀ ਨਹੀਂ ਆਉਣਾ। ਉਹ 'ਤੇ ਹੀ ਪ੍ਰੈਸ਼ਰ ਪਿਆ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਵੀ ਨਹੀਂ, ਮੋਦੀ ਗਲਤ ਕਰ ਰਿਹਾ। ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਕਿਹਾ, ਆਸਟ੍ਰੇਲੀਆ ਦੇ ਨੇ ਕਿਹਾ। ਇਹ ਸਾਰਾ ਇੰਟਰਨੈਸ਼ਨਲ ਇਸ਼ੂ ਬਣ ਗਿਆ ਤੇ ਸਾਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੀ ਬਦਨਾਮੀ ਹੋ ਰਹੀ ਹੈ। ਇਹ ਪਤਾ ਨਹੀਂ ਮੋਦੀ ਸਾਹਿਬ ਕਿਉਂ ਇਹ ਬਦਨਾਮੀ ਕਰਾਉਣ ਲੱਗੇ ਹੋਏ ਨੇ ਤੇ ਇਹਨਾਂ ਨੂੰ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਤੇ ਕਾਲੇ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਨੇ। ਨਾ ਇਹ ਲੋਕਾਂ ਦਾ ਕਿੰਨਾ ਬੜਾ ਨੁਕਸਾਨ ਹੋਇਆ। ਅੱਜ ਲੱਖਾਂ ਲੋਕ ਉੱਥੇ ਦਿੱਲੀ ਦੇ ਬਾਰਡਰ ਦੇ ਉੱਤੇ ਬੈਠੇ ਨੇ, ਪਰ ਮੋਦੀ ਸਾਹਿਬ ਦੀ ਜੂੰ ਨਹੀਂ ਸਰਕ ਰਹੀ ਤੇ ਮੀਟਿੰਗ ਦਾ ਟਾਈਮ ਦੇ ਦਿੰਦੇ ਨੇ। ਦੇਖੋ, ਮੈਂ ਧੰਨਵਾਦ ਕਰਦਾ ਕਿਸਾਨ ਯੂਨੀਅਨ ਦਾ, ਸਾਰਿਆਂ ਦਾ ਜੀ, ਸਾਰੇ ਕਿਸਾਨਾਂ ਕਿ ਬੜੇ ਸ਼ਾਂਤੀਪੂਰਨ ਤਰੀਕੇ ਨਾਲ ਉਹ ਐਜੀਟੇਸ਼ਨ ਚਲਾ ਰਹੇ ਨੇ। ਨਹੀਂ ਤਾਂ ਜਿੱਦਾਂ ਬੜਾ ਐਜੀਟੇਸ਼ਨ ਹੈ ਉੱਥੇ 20 ਗੱਲਾਂ ਹੋ ਜਾਂਦੀਆਂ ਨੇ, ਪਰ ਇੱਕ ਤੋੜਪਣ ਨਹੀਂ, ਕੋਈ ਕੁਛ ਹੋਰ ਨਹੀਂ। ਬਹੁਤ ਸ਼ਾਂਤਮਈ ਦੇ ਤਰੀਕੇ ਨਾਲ, ਕਿੰਨੀ ਠੰਡ ਪੈ ਰਹੀ ਹੈ, ਕਿੰਨੇ ਬੱਚੇ ਨੇ, ਕਿੰਨੇ ਬਜ਼ੁਰਗ ਨੇ, ਪਰ ਉਹਨਾਂ 'ਤੇ ਕੋਈ ਅਸਰ ਹੀ ਨਹੀਂ। ਲੋਕ ਟਰੈਕਟਰ ਵਾਲੀਆਂ ਦੇ ਵਿੱਚ ਆਪਣਾ ਕਰ ਰਹੇ ਆ। ਤੇ ਦੂਜੀ ਗੱਲ ਕਿ ਵੀ ਆ ਤੁਸੀਂ ਸੁਣੀ ਹੋਣੀ ਹੈ ਨਵੀਂ ਗੱਲ ਕਿ ਜਿਹੜੇ ਕਿਸਾਨ ਯੂਨੀਅਨ ਦੇ ਲੀਡਰ ਨੇ ਉਹ 5 ਸਟਾਰ ਹੋਟਲਾਂ 'ਚ ਰਹਿੰਦੇ ਨੇ। ਗਰੇਵਾਲ ਸਾਹਿਬ ਨੇ ਗੱਲ ਕਹੀ ਸੀ ਇਹ, ਤੇ ਤੁਸੀਂ ਦੇਖਿਆ ਵੀ ਵਿਚਾਰੇ ਉਹ ਉੱਥੇ ਟਰਾਲੀਆਂ 'ਚ ਤਾਂ ਸੌ ਰਹੇ ਨੇ ਤੇ ਕਿੱਥੇ ਸੌ ਰਹੇ ਨੇ, ਜਿੱਥੇ ਇਹ ਆਪ ਸੌਂਦੇ ਨੇ ਜਾ ਕੇ ਉਹ ਉਹਨਾਂ ਨੂੰ ਗੱਲ ਕਰ ਰਹੇ ਨੇ। ਪਰ ਇਹਨਾਂ ਨੂੰ ਇੰਨੀ ਜੈਲਸੀ ਕਿਉਂ ਹੈ? ਜੇ ਮੈਂ ਕਹਿੰਦਾ ਜੇ ਕੋਈ ਕਿਸਾਨ ਸੌਂਦਾ ਵੀ ਹੋਵੇ ਕਿ ਚੰਗੇ ਥਾਂ, ਕੋਈ ਮਿਹਨਤ ਕਰਕੇ ਕਿ ਚੰਗੀ ਥਾਂ ਵਗ ਜੂਗਾ ਤਾਂ ਇਹਨਾਂ ਨੂੰ ਕੀ ਤਕਲੀਫ ਹੈ? ਸੋ ਇਹ ਤਾਂ ਇੱਕੋ ਜੋ ਗਲਤ ਜ਼ੋਰ ਲੱਗਿਆ ਹੋਇਆ ਵਾ, ਇਹਨਾਂ ਨੂੰ ਬਦਨਾਮ ਕਿਵੇਂ ਕਰ ਸਕਦੇ ਹਾਂ। ਸੋ ਬਦਨਾਮ ਇਹਨਾਂ ਨੇ ਹੋਣਾ ਨਹੀਂ ਤੇ ਇਸ਼ੂ ਮੀਟਿੰਗ ਦਾ ਟਾਈਮ ਦੇ ਦਿੰਦੇ ਨੇ ਤੇ ਗੱਲ ਜ਼ੀਰੋ ਤੋਂ ਸ਼ੁਰੂ ਕਰ ਲੈਂਦੇ ਨੇ। ਪਰ ਜਿਹੜੀ ਗੱਲ ਹੋ ਗਈ, ਇੱਕ ਵਾਰ ਮੁੱਕ ਗਈ, ਉਹ ਤੋਂ ਅਗਲੀ ਗੱਲ ਸ਼ੁਰੂ ਕਰਨੀ ਚਾਹੀਦੀ। ਆਪਾਂ ਅਗਲੀ ਮੀਟਿੰਗ ਕਰਦੇ ਹਾਂ, ਪਰ ਉਹ 'ਤੇ ਨਹੀਂ ਜਾਂਦੇ। ਇਹ ਗੱਲ ਕਰ ਲੈਂਦੇ ਕਿ ਜ਼ੀਰੋ ਤੋਂ ਫੇਰ ਸ਼ੁਰੂ ਕਰ ਲਓ, ਕਿਉਂਕਿ ਇਹ ਟਾਈਮ ਪਾਸ ਕਰ ਰਹੇ ਨੇ। ਇਹਨਾਂ ਦੇ ਦਿਮਾਗ ਦੇ ਵਿੱਚ ਅੱਜ ਵੀ ਬੜਿਆ ਹੋਇਆ ਕਿ ਅਸੀਂ ਇਹਨਾਂ ਦੇ ਵਿੱਚ ਬੰਦੇ ਵਾੜਾਂਗੇ, ਅਸੀਂ ਉੱਥੇ ਵਿੱਚ ਬੈਲੈਂਸ ਕਰਾਵਾਂਗੇ, ਅਸੀਂ ਧੱਕਾਜੋਰੀ ਕਰਾਂਗੇ। ਪਰ ਉਹ ਮੇਰਾ ਖਿਆਲ ਹੈ ਪਰਮਾਤਮਾ ਜੀ ਦੇ ਨਾਲ ਹੋਵੇ ਨਾ, ਗੁਰੂ ਮਹਾਰਾਜ ਦੀ ਕਿਰਪਾ ਹੋਵੇ, ਉੱਥੇ ਗੱਲਾਂ ਹੁੰਦੀਆਂ ਨਹੀਂ ਹਨ। ਸਾਡੇ 'ਤੇ ਬਖਸ਼ਿਸ਼ ਹੈ, ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਇਹ ਐਜੀਟੇਸ਼ਨ ਹੈ ਜਿਹੜਾ ਚਾਹੇ 6 ਮਹੀਨੇ ਲੱਗਣ, ਪਰ ਇਹ ਇਸ ਲਈ ਸ਼ਾਂਤੀਪੂਰਨ ਤਰੀਕੇ ਨਾਲ ਚੱਲੂਗਾ। ਰਖੜਾ ਸਾਹਿਬ, ਜਿਵੇਂ ਕਿਸਾਨ ਜਥੇਬੰਦੀਆਂ ਨੇ, ਜੋ ਸਰਕਾਰ ਵੱਲੋਂ ਪ੍ਰਸਤਾਵ ਦਿੱਤਾ ਗਿਆ ਸੀ ਮੀਟਿੰਗ ਦੇ ਵਿੱਚ ਕਿ ਤੁਸੀਂ ਕੋਰਟ ਚਲੇ ਜਾਵੋ, ਸੁਪਰੀਮ ਕੋਰਟ ਚਲੇ ਜਾਵੋ, ਪਰ ਕਿਸਾਨ ਜਥੇਬੰਦੀਆਂ ਨੇ ਉਹ ਪ੍ਰਸਤਾਵ ਰੱਦ ਕਰਤਾ। ਦੂਜੇ ਪਾਸੇ ਕਿਸਾਨ ਆਗੂਆਂ ਦੇ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ
ਬੀਜੇਪੀ ਸਰਕਾਰ ਕਹਿੰਦੀ ਅਸੀਂ ਕਾਨੂੰਨ ਰੱਦ ਨਹੀਂ ਕਰਨੇ, ਮਨਸ਼ਾ ਉਹਨਾਂ ਦੀ ਆਹੀ ਹੈ, ਪਰ ਕਿਸਾਨ ਕਹਿੰਦੇ ਅਸੀਂ ਕਾਨੂੰਨ ਰੱਦ ਕਰਵਾਏ ਬਿਨਾਂ ਵਾਪਸ ਨਹੀਂ ਜਾਣਾ। ਵਿੱਚੋਂ ਇੱਕ ਗੱਲ ਨਿਕਲ ਕੇ ਆ ਰਹੀ ਹੈ, ਚੱਲਦੀ ਹੈ ਗੱਲ ਇਹ ਕਿ ਸਟੇਟਾਂ ਉੱਤੇ ਛੱਡ ਦੇਊਗੀ ਸਰਕਾਰ, ਕਿ ਜਿਸ ਸਟੇਟ ਨੇ ਲਾਗੂ ਕਰਨਾ ਹੋਊਗਾ ਉਹ ਸਟੇਟ ਲਾਗੂ ਕਰ ਲੂਗੀ, ਜਿਸ ਸਟੇਟ ਨੇ ਇਹ ਕਾਨੂੰਨ ਲਾਗੂ ਨਹੀਂ ਕਰਨੇ ਉਹ ਲਾਗੂ ਨਹੀਂ ਕਰਨਗੇ। ਇਹਨੂੰ ਲੈ ਕੇ ਵੀ ਫਿਰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਮੇਰੇ ਖਿਆਲ ਹਾਲ ਤੱਕ ਤਾਂ ਇਹ ਮੂੰਹ ਜ਼ਬਾਨੀ ਗੱਲਾਂ ਹੀ ਨੇ, ਇਹ ਸੁਣਨੀਆਂ ਜ਼ਰੂਰ ਨੇ, ਪਰ ਇਹਨੂੰ ਚੱਲਦਿਆਂ ਨੂੰ ਕਿੰਨਾ ਚਿਰ ਹੋ ਗਿਆ। ਪਿੱਛੇ ਮੀਟਿੰਗ ਹੋਈ ਆ, ਮੀਟਿੰਗ ਤੋਂ ਪਹਿਲਾਂ ਦੀ ਗੱਲ ਚੱਲ ਰਹੀ ਹੈ ਇਹ, ਕਿ ਵੀ ਇਹ 8 ਤਰੀਕ ਨੂੰ ਜਿਹੜੀ ਮੀਟਿੰਗ ਹੋਈ ਹੈ ਵੀ ਉਹਦੇ ਵਿੱਚ ਸਟੇਟਾਂ ਨੂੰ ਅਧਿਕਾਰ ਦੇ ਦੇਣਗੇ, ਪਰ ਉੱਥੇ ਉਹਨਾਂ ਨੇ ਗੱਲ ਨਹੀਂ ਸ਼ੁਰੂ ਕੀਤੀ ਹੈ। ਸੋ ਇਹ ਹਰ ਚੀਜ਼ 'ਤੇ ਦੇਖ ਕੇ ਟੈਸਟ ਕਰਕੇ ਦੇਖਦੇ ਨੇ, ਟੀਕਾ ਲਾ ਕੇ ਦੇਖਦੇ ਨੇ ਵੀ ਕਿੰਨਾ ਟੀਕਾ ਸਹਿੰਦੇ ਨੇ ਇਹ। ਪਰ ਜੋ ਐਜੀਟੇਸ਼ਨ ਬਣਿਆ ਹੋਇਆ ਇਹ ਟੀਕੇ ਟੂਕੇ ਲਾਉਣ ਦੀ ਲੋੜ ਨਹੀਂ ਹੈ। ਇਹ ਤਾਂ ਹੁਣ ਕਿਸਾਨਾਂ ਨੂੰ ਕਾਨੂੰਨ ਨੇ ਜਿਹੜੇ ਇਹ ਵਾਪਸ ਲੈ ਕੇ ਇਹਦੀ ਗੱਡੀ ਚੱਲਣੀ ਹੈ, ਅਤੇ ਇਹਦੇ ਵਿੱਚ ਸਾਡੇ ਦੇਸ਼ ਦਾ ਹੀ ਫਾਇਦਾ ਹੈ, ਸਾਡਾ ਹੀ ਫਾਇਦਾ, ਪੰਜਾਬ ਦਾ ਹੀ ਫਾਇਦਾ ਹੈ। ਜੇ ਇਹਦੇ ਮੈਂ ਇਹ ਪੁੱਛਦਾ ਕਿ ਸਰਕਾਰ ਦਾ ਕੀ ਨੁਕਸਾਨ ਹੈ ਇਹਦੇ 'ਚ? ਜੇ ਕਾਨੂੰਨ ਵਾਪਸ ਹੋ ਜਾਣ, ਸਰਕਾਰ ਦਾ ਨੁਕਸਾਨ ਦੱਸ ਦੇਣ ਵੀ ਆਹ ਨੁਕਸਾਨ ਹੋ ਰਿਹਾ ਜੀ। ਅਤੇ ਜਿੱਥੇ ਬਾਕੀ ਇਹ ਗੱਲ ਹੈ ਵੀ ਜਿੱਥੇ ਕੋਈ ਸਟੇਟ ਕਈ ਵਾਰ ਇਹ ਵੀ ਕਹਿੰਦੇ ਨੇ ਕਿ ਜੀ ਲੋਕ ਆਏ ਕਹਿੰਦੇ ਨੇ, ਸਾਡੇ ਕੋਲ ਯੂਨੀਅਨ ਕਹਿੰਦੀਆਂ ਨੇ, ਕਿਸੇ ਨੇ ਸੁਪਰੀਮ ਕੋਰਟ ਦੇ ਵਿੱਚ ਪਾਈ, ਕਿੰਨੀਆਂ ਜਥੇਬੰਦੀਆਂ ਨੇ ਇਹਨਾਂ ਦੇ ਖਿਲਾਫ ਜਾ ਕੇ ਉੱਥੇ ਗਈਆਂ ਨੇ, 40 ਮੇਰੇ ਨਾਲ 45 ਯੂਨੀਅਨ ਬਾਗੀਆਂ, ਹੱਕ 'ਚ ਤਾਂ ਇੱਕ ਵੀ ਨਹੀਂ ਗਈ ਹੈ। ਸੋ ਇਹਨਾਂ ਕੋਲੇ ਪਤਾ ਨਹੀਂ ਕਿੱਥੋਂ ਬੰਦੇ ਆਉਂਦੇ ਨੇ, ਕਿੱਥੇ ਛੱਡ ਕੇ ਆਉਂਦੇ ਨੇ, ਕੋਈ ਨਾ ਕੋਈ ਇਹੋ ਜਿਹਾ ਬੰਦਾ ਫੜ ਕੇ ਲਿਆਉਂਦੇ ਨੇ ਇਹ ਜਿਹੜਾ ਕਹਿੰਦੇ ਇਹ ਕਹਿੰਦਾ ਜੀ, ਪਰ ਉਹਦਾ ਆਇਡੈਂਟੀ ਕੋਈ ਨਹੀਂ ਹੈ। ਸੋ ਇਹ ਤਾਂ ਐਵੇਂ ਇਸ ਲੈਵਲ ਦੇ ਉੱਤੇ, ਸਰਕਾਰ ਲੈਵਲ ਦੇ ਉੱਤੇ ਇੱਦਾਂ ਦੀਆਂ ਗੱਲਾਂ ਕਰਨੀਆਂ, ਮੈਂ ਕਹਿੰਦਾ ਇੱਦੋਂ ਬਦਭਗੀ ਘਟਨਾ ਹੋ ਨਹੀਂ ਸਕਦੀ। ਇਹਦੀ ਗੱਲਾਂ ਦੀ ਜਿੰਨੀ ਨਿਖੇਧੀ ਕਰੀ ਉਨੀ ਥੋੜ੍ਹੀ ਹੈ ਜੀ। ਰਖੜਾ ਸਾਹਿਬ, ਗੱਲਬਾਤ ਦੇ ਵਿੱਚ ਤਾਂ ਡੈਡਲੌਕ ਆ ਚੁੱਕਿਆ, ਗੱਲਬਾਤ ਉੱਥੇ ਟਿਕੀ ਹੋਈ ਹੈ ਜਿੰਨੀ ਮੀਟਿੰਗਾਂ ਹੋ ਚੁੱਕੀਆਂ ਨੇ ਕਿ ਅਸੀਂ ਕਾਨੂੰਨ ਰੱਦ ਕਰਵਾਉਣੇ ਨੇ, ਉਹ ਕਹਿੰਦੇ ਕਾਨੂੰਨ ਅਸੀਂ ਰੱਦ ਨਹੀਂ ਕਰਨੇ। ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਰਕਾਰ ਨਿਚੋੜਨਾ ਚਾਹੁੰਦੀ ਹੈ ਪੰਜਾਬ ਨੂੰ, ਜੋ 1200 ਕਰੋੜ RDF ਦਾ ਆਪਣਾ ਪੈਸਾ ਸੀ ਉਹ ਵੀ ਸਰਕਾਰ ਨੇ ਰੋਕ ਲਿਆ। ਦੇਖੋ, ਹਰ ਪ੍ਰੈਸ਼ਰ ਪਾਉਣਾ ਚਾਹੁੰਦੀ ਸਰਕਾਰ ਕੀ ਹੈ? ਦੇਖੋ, ਇਹ ਲੜਾਈ ਬੜੀ ਪੁਰਾਣੀ ਚੱਲੀ ਜਾ ਰਹੀ ਹੈ। ਜਿਹੜਾ ਆਪਾਂ ਅਨੰਦਪੁਰ ਸਾਹਿਬ ਦਾ ਮਤਾ ਕਹਿੰਦੇ ਸੀ, ਉਹਦੇ 'ਚ ਵੀ ਇਹੀ ਗੱਲ ਸੀ ਕਿ ਵੀ ਸਟੇਟਾਂ ਕੋਲ ਵੱਧ ਅਧਿਕਾਰ ਹੋਣੇ ਚਾਹੀਦੇ ਨੇ। ਆਪਾਂ ਅਮਰੀਕਾ ਨੇ ਤਰੱਕੀ ਕਰੀ ਹੈ, ਉੱਥੇ ਵੀ ਵੱਧ ਸਟੇਟ ਕੋਲ ਅਧਿਕਾਰ ਨੇ, ਪਰ ਇੱਥੇ ਮੋਦੀ ਸਾਹਿਬ ਕਹਿੰਦੇ ਨੇ ਵੀ ਹਰ ਚੀਜ਼ ਮੈਨੂੰ ਪੁੱਛ ਕੇ ਕਰੋ। ਜੇ ਤੁਸੀਂ ਅਮਰੂਦ ਲੈਣਾ ਹੈ ਉਹ ਵੀ ਮੈਨੂੰ ਪੁੱਛੋ ਵੀ ਲੈਣਾ ਕਿ ਨਹੀਂ ਲੈਣਾ, ਇਹਦਾ ਕੀ ਰੇਟ ਰੱਖਣਾ ਹੈ, ਹਰ ਚੀਜ਼ 'ਤੇ ਮਤਲਬ ਇਹ ਕਹਿੰਦਾ। ਆਹ ਬਿਜਲੀ ਦੀ ਗੱਲ ਹੈ, ਹੁਣ ਸਾਡੀ ਬਿਜਲੀ ਉਹਨਾਂ ਨੂੰ ਚੁੱਭ ਰਹੀ ਹੈ ਕਿ ਵੀ ਇਹ ਬਿਜਲੀ ਮਾਫੀ ਕਿਉਂ ਹੈ ਇਹਨਾਂ ਜ਼ਿਮੀਂਦਾਰਾਂ ਦੀ। ਇਹ ਨਹੀਂ ਪਤਾ ਵੀ ਜਿਹੜੇ ਜੱਟ ਨੇ, ਜ਼ਿਮੀਂਦਾਰ ਨੇ, ਕਿਸਾਨ ਨੇ, ਇਹ ਸੱਪਾਂ ਦਾ ਸਿਰ ਦੈੜ ਕੇ ਕਿੰਨੀ ਮਿਹਨਤ ਕਰਦੇ ਨੇ। ਆਹ ਜਿਹੜੀਆਂ ਜ਼ਮੀਨਾਂ ਦਾ ਅੱਜ ਰੌਲਾ ਪਾ ਰਹੇ ਨੇ, ਕਿਸੇ ਟਾਈਮ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਸ਼੍ਰੀ ਲਾਲ ਬਹਾਦਰ ਸ਼ਾਸਤਰੀ ਨੇ ਕਿਹਾ ਜੀ ਹਫ਼ਤੇ 'ਚ ਇੱਕ ਦਿਨ ਵਰਤ ਰੱਖੋ, ਸਾਡੇ ਕੋਲ ਕਣਕ ਪੂਰੀ ਨਹੀਂ ਹੋ ਰਹੀ, ਜੇ ਵਰਤ ਰੱਖੋਗੇ ਤਾਂ ਗੁਜ਼ਾਰਾ ਹੋਊਗਾ। ਅਸੀਂ ਲੋਕਾਂ ਕੋਲ ਠੂਠਾ ਮੰਗਦੇ ਸੀ ਕਿ ਸਾਨੂੰ ਕਣਕ ਭੇਜ ਦਿਓ, ਸਾਡੇ ਕੋਲ ਖਾਣ ਨੂੰ ਅਨਾਜ ਹੈ ਨਹੀਂ। ਜ਼ਿਮੀਂਦਾਰਾਂ ਨੇ ਆਪਣਾ ਪਾਣੀ ਮੁਕਾ ਲਿਆ, ਜ਼ਮੀਨ ਜ਼ਹਿਰੀਲੀ ਕਰ ਲਈ, ਅਤੇ ਪਰ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਭਰਿਆ। ਅਤੇ ਅੱਜ ਆਪਾਂ ਇਹਨਾਂ ਨੂੰ ਮਖੌਲ ਕਰਨ ਲੱਗੇ। ਕਿਸੇ ਟਾਈਮ ਦੇ ਵਿੱਚ ਗੱਲ ਕਹਿੰਦੇ ਜੈ ਜਵਾਨ ਜੈ ਕਿਸਾਨ, ਅੱਜ ਜੈ ਜਵਾਨ ਨੂੰ ਵੀ ਭੁੱਲ ਗਏ, ਇਹ ਜੈ ਕਿਸਾਨ ਨੂੰ ਵੀ ਭੁੱਲ ਗਏ। ਸੋ ਜੋ ਚੀਜ਼ ਘਰ ਦੇ ਵਿੱਚ ਆ ਜਾਏ ਨਾ, ਜੇ ਮਿਲ ਜਾਵੇ, ਅਤੇ ਮੇਰਾ ਖਿਆਲ ਹੈ ਵੀ ਜਿੰਨਾ ਜ਼ਿਮੀਂਦਾਰਾਂ ਨੇ ਆਪਣਾ ਨੁਕਸਾਨ ਕਰਿਆ, ਪੰਜਾਬ ਨੇ, ਪੰਜਾਬੀਆਂ ਦਾ ਨੁਕਸਾਨ ਹੋਇਆ ਹੈ, ਇਹ ਹਿੰਦੁਸਤਾਨ ਦਾ ਸੋਚ ਵੀ ਨਹੀਂ ਸਕਦਾ। ਜੇ ਆਜ਼ਾਦੀ ਵੀ ਮਿਲੀ ਅੱਜ, ਜੇ ਮੋਦੀ ਉਹਦੇ 'ਚ ਬੈਠਾ ਹੈ, ਪ੍ਰਾਈਮ ਮਿਨਿਸਟਰ ਬਣਿਆ ਬੈਠਾ ਹੈ, ਇਹਦੇ 'ਚ ਪੰਜਾਬੀਆਂ ਦਾ ਵੀ 95-98% ਯੋਗਦਾਨ ਹੈ। ਅੱਜ ਦੀ ਗਿਣਤੀ ਕਰਕੇ ਦੇਖ ਲਓ, ਕਾਲੇ ਪਾਣੀਆਂ ਦੇ ਵਿੱਚ ਕਿੰਨੇ ਲੋਕਾਂ ਦੇ ਉੱਥੇ ਨਾਂ ਲਿਖੇ ਨੇ, ਪੰਜਾਬੀਆਂ ਦੇ ਲਿਖੇ ਨੇ, ਕਿੰਨੇ ਲੋਕ ਫਾਂਸੀ ਚੜ੍ਹੇ ਨੇ। ਸੋ ਬਹੁਤ ਵਧੀਆ ਕੁਰਬਾਨੀਆਂ ਨੇ, ਪਰ ਅੱਜ ਇਹ ਕੁਰਬਾਨੀਆਂ ਭੁੱਲੀ ਜਾਂਦੇ ਆਪਾਂ ਜੀ। ਰਖੜਾ ਸਾਹਿਬ, ਤੁਸੀਂ ਅਨੰਦਪੁਰ ਦੇ ਮਤੇ ਦੀ ਗੱਲ ਕੀਤੀ, ਹੁਣ ਪਿੱਛੇ ਜਿਹੀ ਵੀ ਅਕਾਲੀ ਦਲ ਵੱਲੋਂ ਖੇਤਰੀਆਂ ਪਾਰਟੀਆਂ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵੱਲੋਂ ਨਵੇਂ ਸਾਲ ਦੀ ਆਮਦ 'ਤੇ ਕੋਈ ਵੱਡਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਫੈਡਰਲਿਜ਼ਮ ਨੂੰ ਲੈ ਕੇ। ਦੇਖੋ, ਬਿਲਕੁਲ ਠੀਕ ਹੈ, ਮਜਬੂਰੀ ਕਾਢ ਦੀ ਮਾਂ ਹੈ। ਜੋ ਮੋਦੀ ਸਾਹਿਬ ਕਰ ਰਹੇ ਨੇ ਕਿ ਹਰ ਚੀਜ਼ ਸੈਂਟਰ ਦੇ ਵਿੱਚ ਲਿਆਓ, ਸੈਂਟਰਲਾਈਜ਼ ਕਰ ਦਿਓ, ਹਰ ਚੀਜ਼ ਸੈਂਟਰਲਾਈਜ਼ ਕਰ ਲਓ। ਜਦੋਂ ਇਹ ਕਰਦੇ ਜਾਣਗੇ, ਚਾਹੁੰਦੇ ਨੇ ਕਿ ਖੇਤਰੀ ਪਾਰਟੀਆਂ ਨੂੰ ਮਾਰ ਦਿਓ, ਸਟੇਟਾਂ ਕੋਲ ਕੋਈ ਅਧਿਕਾਰ ਨਾ ਰਹੇ, ਅਖੀਰ ਨੂੰ ਫਿਰ ਇਹ ਤਾਂ ਕਰਨਾ ਹੀ ਪੈਣਾ ਹੈ। ਮੇਰਾ ਖਿਆਲ ਹੈ ਸਾਰੀਆਂ ਸਟੇਟਾਂ ਚਾਹੁੰਦੀਆਂ ਨੇ ਇਹ, ਅਤੇ ਜੇ ਗੁਰੂ ਨੇ ਕਿਰਪਾ ਕਰੀ ਛੇਤੀ ਮੀਟਿੰਗ ਕਰਾਂਗੇ, ਅਤੇ ਮੀਟਿੰਗ ਕਰਕੇ ਕੋਈ ਨਾ ਕੋਈ ਦਾ ਸਿੱਟਾ ਕੱਢਾਂਗੇ। ਅਤੇ ਮੈਨੂੰ ਇਹ ਲੱਗਦਾ ਵੀ ਮੈਂ ਤੇ ਰੱਬ ਦੀ ਹਮੇਸ਼ਾ ਬੈਰ ਹੁੰਦਾ ਹੈ। ਮੋਦੀ ਸਾਹਿਬ ਦੇ ਵਿੱਚ ਮੈਂ ਆ ਗਈ, ਹੁਣ ਇਹਨੂੰ ਹਟਾਉਣ ਦਾ ਇੱਕੋ ਹੀ ਰਾਹ ਪਰਮਾਤਮਾ ਨੇ ਕੋਈ ਨਾ ਕੋਈ ਹੱਲ ਵਸੀਲਾ ਬਚਾਉਣਾ ਹੈ, ਨਹੀਂ ਤਾਂ ਇਹਦੇ 'ਚ ਐਡੀ ਮੈਂ ਆ ਗਈ। ਇਹਨੂੰ ਪਤਾ, ਇਹ ਭੁੱਲ ਗਿਆ ਕਿ ਇੱਥੇ ਬੜੇ ਬੜੇ ਕਹਿੰਦੇ ਕਹਾਉਂਦੇ ਜਿਹੜੇ ਸੀਗੇ, ਇੰਦਰਾ ਗਾਂਧੀ ਵੀ ਆਪਣੇ ਨੂੰ ਰੱਬ ਸਮਝਣ ਲੱਗ ਗਈ ਸੀ, ਉਹਦਾ ਕੀ ਹਾਲ ਹੋਇਆ। ਸੋ ਮੋਦੀ ਸਾਹਿਬ ਵੀ ਉਸ ਸਟੇਜ 'ਤੇ ਪਹੁੰਚ ਗਏ। ਸੋ ਇਹਦਾ ਹੱਲ ਤਾਂ ਪਰਮਾਤਮਾ ਨੇ ਕਰੀ ਦੇਣਾ, ਮੈਨੂੰ ਲੱਗਦਾ। ਰਖੜਾ ਸਾਹਿਬ, ਅਕਾਲੀ ਦਲ NDA ਦੇ ਵਿੱਚ ਜਦੋਂ ਬਾਹਰ ਆ ਗਿਆ, ਅਤੇ ਅਕਾਲੀ ਦਲ NDA ਦੇ ਵਿੱਚ ਜਦੋਂ ਸੀ, ਤਾਂ ਇਹ ਕਿਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਕਿ BJP ਨਾਲ ਜਦੋਂ ਸਮਝੌਤਾ ਹੋ ਗਿਆ, NDA ਦੇ ਵਿੱਚ ਅਕਾਲੀ ਦਲ ਸੀ, ਤਾਂ ਅਕਾਲੀ ਦਲ ਫੈਡਰਲਿਜ਼ਮ ਦੀ ਜੋ ਗੱਲ ਕਰਦਾ ਸੀ, ਸੂਬੇ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ, ਉਸ ਗੱਲ ਨੂੰ ਕਿਤੇ ਨਾ ਕਿਤੇ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ। ਦੇਖੋ, 100% ਗੱਲ ਥੋੜ੍ਹੀ ਠੀਕ ਹੈ। NDA ਜਦੋਂ ਬਣੀ ਹੈ,
ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੇਰਾ ਖਿਆਲ ਮੁੱਢਲੇ ਮੈਂਬਰਾਂ ਸੀ, ਬਣਾਉਣ ਵਾਲਿਆਂ ਦੇ ਵਿੱਚ ਬਾਦਲ ਸਾਹਿਬ ਸੀ। ਪਰ ਹੌਲੀ ਹੌਲੀ ਵਾਜਪਾਈ ਠੀਕ ਰਿਹਾ। ਵਾਜਪਾਈ ਤੋਂ ਮੋਦੀ ਸਾਹਿਬ ਨੇ ਤਾਂ ਬਿਲਕੁਲ ਹੀ ਹੱਥ ਚੱਕਤੀ ਨਾ ਜੀ। ਕੋਈ ਐਨਡੀਏ ਨੇ ਕੋਈ ਕਿਸੇ ਪਾਰਟੀ ਨੂੰ ਪੁੱਛਣਾ ਹੀ ਨਹੀਂ ਹੈ। ਅੱਗੇ ਸੁਣਿਆ, ਦੇਖੋ ਮੈਂ ਕਦੇ ਪਾਰਲੀਮੈਂਟ 'ਚ ਗਿਆ ਨਹੀਂ, ਕਿ ਐਨਡੀਏ ਦੇ ਪਾਰਟਨਰ ਜਿੰਨੇ ਵੀ ਸੀ ਪਾਰਲੀਮੈਂਟ ਬਣਾਉਣ ਤੋਂ ਪਹਿਲਾਂ, ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੀ ਮੀਟਿੰਗ ਬੁਲਾਉਂਦੇ ਸੀ ਵੀ ਆਪਾਂ ਕੀ ਕਰਨਾ ਕੀ ਨਾ। ਹੁਣ ਕਹਿੰਦੇ ਬੁਲਾਉਂਦੇ ਹੀ ਨਹੀਂ, ਕੋਈ ਪੁੱਛਦੇ ਹੀ ਨਹੀਂ ਹਨ। ਹੁਣ ਇਹ ਹੋ ਗਿਆ ਕਿ ਵੀ ਜਿੱਡੀ ਸਾਡੀ ਮੈਜੋਰਟੀ 'ਚ ਅਸੀਂ ਆ ਗਏ, ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਦੇਖੋ ਜਿੰਨਾ ਚਿਰ ਘੱਟ ਗਿਣਤੀਆਂ ਦੀ ਆਪਾਂ ਗੱਲ ਨਹੀਂ ਕਰਦੇ, ਘੱਟ ਗਿਣਤੀਆਂ ਨੇ ਆਪਣੇ ਆਪ ਨੂੰ ਸੇਫ ਨਹੀਂ ਸਮਝਦੀਆਂ, ਉਹਨਾਂ ਚਿਰ ਮੁਲਕ ਦਾ ਚੱਲਣਾ ਬਹੁਤ ਔਖਾ ਹੁੰਦਾ ਹੈ। ਹਿੰਦੁਸਤਾਨ ਦੇ ਵਿੱਚ ਕਿੰਨੀਆਂ ਭਾਸ਼ਾ ਬੋਲੀਆਂ ਜਾਂਦੀਆਂ ਨੇ, ਕਿੰਨੇ ਤਰ੍ਹਾਂ ਦੇ ਲੋਕ ਰਹਿੰਦੇ ਨੇ, ਪਰ ਸਾਰਿਆਂ ਨੂੰ ਮਿਲਾ ਕੇ ਇੱਕ ਹਿੰਦੁਸਤਾਨ ਬਣਦਾ ਹੈ। ਅਤੇ ਸਾਨੂੰ ਸਾਰਿਆਂ ਨੂੰ ਸਾਰੇ ਬੰਦਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਪਰ ਆਪਾਂ ਘੱਟ ਗਿਣਤੀ ਮਾਰਨ 'ਤੇ ਆ ਗਏ ਅਤੇ ਫਿਰ ਹਿੰਦੁਸਤਾਨ ਚੱਲੂ ਕਿਵੇਂ? ਰਖੜਾ ਸਾਹਿਬ ਅਕਸਰ ਹੀ ਹੁਣ ਅਕਾਲੀ ਦਲ ਦੇ ਵੱਡੇ ਲੀਡਰ ਕਹਿੰਦੇ ਸੁਣੇ ਜਾਂਦੇ ਨੇ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਸੀ ਉਦੋਂ ਬੀਜੇਪੀ ਦਾ ਮੁਹਾਂਦਰਾ ਹੋਰ ਸੀ, ਗੱਲਬਾਤ ਦਾ ਜ਼ਰੀਆ ਹੋਰ ਸੀ। ਉਦੋਂ ਭਰੋਸੇ ਦੇ ਵਿੱਚ ਲੈਂਦੇ ਸੀ, ਜਦੋਂ ਕਾਨੂੰਨ ਲੈ ਕੇ ਆਉਂਦੇ ਸੀ, ਕੋਈ ਗੱਲਬਾਤ ਕਰਦੇ ਸੀ, ਕੋਈ ਸਮੱਸਿਆ ਵਿਚਾਰਦੇ ਸੀ ਤਾਂ ਸਾਰਿਆਂ ਨੂੰ ਭਰੋਸੇ ਵਿੱਚ ਲੈ ਕੇ ਆਉਂਦੇ ਸੀ। ਹੁਣ ਬੀਜੇਪੀ ਦਾ ਉਹ ਰੂਪ ਨਹੀਂ ਰਿਹਾ। ਜਦੋਂ 2014 ਤੋਂ ਬਾਅਦ ਬੀਜੇਪੀ ਸੱਤਾ ਦੇ ਵਿੱਚ ਆਈ, ਨਰਿੰਦਰ ਮੋਦੀ ਤੇ ਪ੍ਰਧਾਨ ਮੰਤਰੀ ਬਣੇ, ਹੁਣ ਉਹ ਬੀਜੇਪੀ ਦਾ ਅੜਬ ਰਵੱਈਆ ਹੋ ਗਿਆ। ਜੋ ਅਟਲ ਬਿਹਾਰੀ ਵਾਜਪਾਈ ਦੇ ਸਮੇਂ ਇੱਕ ਨਰਮ ਰੁਖ ਸੀ, ਉਹ ਰੁਖ ਨਹੀਂ ਹੁਣ ਰਿਹਾ। ਦੇਖੋ ਪਹਿਲਾਂ ਵਿਸ਼ਵਾਸ ਸੀ ਇੱਕ ਦੂਜੇ 'ਤੇ। ਮੋਦੀ ਸਾਹਿਬ ਤਾਂ ਕਿਸੇ ਵਿਸ਼ਵਾਸ ਹੀ ਨਹੀਂ ਕਰਦੇ, ਤਾਂ ਆਪਣੇ ਮੰਤਰੀ 'ਤੇ ਵਿਸ਼ਵਾਸ ਨਹੀਂ ਕਰਦੇ ਹਨ। ਆਪਣੀ ਸਰਕਾਰ 'ਤੇ ਇਹਦਾ ਜੋ ਕਹਿਤਾ, ਇਹਦਾ ਜਿਵੇਂ ਡਿਕਟੇਟਰ ਹੁੰਦਾ ਨਾ, ਵੀ ਜੋ ਮੂੰਹ 'ਚੋਂ ਲਫ਼ਜ਼ ਨਿਕਲਿਆ ਕਾਨੂੰਨ ਆ ਉਹ। ਮੋਦੀ ਸਾਹਿਬ ਉਹ ਗੱਲ 'ਤੇ ਕਰਨ ਲੱਗ ਗਏ ਨੇ। ਪਾਰਟੀ ਨੂੰ ਕੋਈ ਪੁੱਛਣਾ, ਆਪਣੇ ਨੂੰ ਨਹੀਂ ਪੁੱਛਦੇ ਹਨ। ਰਾਜਨਾਥ ਸਿੰਘ ਪਹਿਲਾ ਬੰਦਾ ਸੀ ਜਿਹਨੇ ਕਿਹਾ ਵੀ ਅਸੀਂ ਮੰਨਦੇ ਹਾਂ ਮੋਦੀ ਨੂੰ ਪ੍ਰਾਈਮ ਮਿਨਿਸਟਰ ਬਣਾਉਣ ਨੂੰ। ਪਹਿਲਾਂ ਕੋਈ ਮੰਨਦਾ ਹੀ ਨਹੀਂ ਸੀ, ਬੀਜੇਪੀ ਦਾ ਨਹੀਂ ਮੰਨਣ ਨੂੰ ਤਿਆਰ ਸੀ। ਪਰ ਜਦੋਂ ਬੰਦਾ ਬਣ ਜੇ ਨਾ, ਫਿਰ ਬੰਦੇ 'ਚ ਇੰਨੀ ਮੈਂ ਆ ਜੇ, ਮੈਂ ਤੇ ਰੱਬ ਦਾ, ਮੈਂ ਤਾਂ ਪਹਿਲਾਂ ਬੇਨਤੀ ਕਰੀ ਹੈ ਵੀ ਮੈਂ ਤੇ ਰੱਬ ਦਾ ਬੈਰ ਹੈ। ਸੋ ਇਹਨਾਂ ਦੇ ਵਿੱਚ ਮੈਂ ਇੰਨੀ ਆ ਗਈ, ਹੁਣ ਪਰਮਾਤਮਾ ਨੇ ਕਿਸੇ ਨਾ ਕਿਤੇ ਇਹਨੂੰ ਝਾੜਨਾ ਹੀ ਹੈ। ਰਖੜਾ ਸਾਹਿਬ ਤੁਸੀਂ ਬਾਦਲ ਪਰਿਵਾਰ ਦੇ ਕਰੀਬੀ ਹੋ। ਜਦੋਂ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ ਸੀ ਤਾਂ ਫਿਰ ਗੱਲਬਾਤ ਤੁਹਾਡੇ ਨਾਲ ਵੀ ਹੋਈ ਹੋਣੀ ਕਿ ਵੀ ਬਿਲਕੁਲ ਵੀ ਭਰੋਸੇ 'ਚ ਲਿਆ ਗਿਆ ਸੀ ਹਰਸਿਮਰਤ ਕੌਰ ਬਾਦਲ ਨੂੰ ਜਦੋਂ ਇਹ ਕਾਨੂੰਨ ਲੈ ਕੇ ਆਏ ਸੀ? ਦੇਖੋ ਜਦੋਂ ਕਾਨੂੰਨ ਬਣਿਆ ਉਹ ਕੈਬਨਿਟ ਦੇ ਵਿੱਚ ਸੀ ਅਤੇ ਉਹਨੇ ਜ਼ੋਰ ਲਾਇਆ ਕਿ ਵੀ ਨਹੀਂ ਇਹ ਆਪਾਂ ਨੇ ਕਰੀਏ, ਕਿਸਾਨ ਜਥੇਬੰਦੀਆਂ ਨੂੰ ਬੁਲਾਈਏ, ਕਿਸਾਨਾਂ ਨੂੰ ਬੁਲਾਈਏ, ਉਹਨਾਂ ਨੂੰ ਪੁੱਛ ਲਈਏ, ਉਹਨਾਂ ਨਾਲ ਸਲਾਹ ਕਰ ਲਈਏ। ਅਤੇ ਉੱਥੇ ਨਹੀਂ ਗੱਲ ਬਣੀ। ਫਿਰ ਗੱਲ ਚੱਲੀ ਵੀ ਸਿਲੈਕਟ ਕਮੇਟੀ 'ਚ ਭੇਜ ਦਈਏ। ਅਖੀਰ ਤੱਕ ਇਹ ਲੜ ਲਾਉਂਦੇ ਨੇ। ਐਨਡੀਏ ਦੇਖੋ ਜਿੱਥੇ ਤੁਹਾਡਾ 30-35 ਸਾਲ ਦਾ ਆਪਸ ਵਿੱਚ ਪਿਆਰ ਹੋਵੇ, ਬਣਿਆ ਹੋਵੇ, ਤੁਸੀਂ ਪਾਰਟਨਰ ਹੋਵੋ, ਉਹ ਤਲਾਕ ਕਰਨਾ ਕੋਈ ਛੋਟੀ ਗੱਲ ਨਹੀਂ ਹੁੰਦੀ। ਅਤੇ ਇਹ ਤਾਂ ਅਣਸਰਦੇ ਨੂੰ ਸਟੈਪ ਚੱਕਿਆ ਹੈ ਕਿ ਵੀ ਹੁਣ ਬਿਲਕੁਲ ਇਹ ਪਾਣੀ ਹੁਣ ਨੱਕ ਦੇ ਉੱਪਰ ਦੀ ਟੱਪ ਗਿਆ। ਕੋਸ਼ਿਸ਼ ਕੀਤੀ ਅਸੀਂ ਪੂਰੀ ਕਿ ਕਿਵੇਂ ਨਾ ਕਿਵੇਂ ਕਾਨੂੰਨ ਜਿਹੜੇ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਗੱਲ ਕਰੀਏ, ਦੂਜੇ ਨਾਲ ਗੱਲ ਕਰੀਏ। ਬੀਬਾ ਹਰਸਿਮਰਤ ਕੌਰ ਨੇ ਰਿਜ਼ਾਈਨ ਕੀਤਾ, ਐਨਡੀਏ ਨੂੰ ਤਲਾਕ ਕੀਤਾ। ਸੋ ਇਹ ਗੱਲਾਂ ਛੋਟੀਆਂ ਨਹੀਂ, ਗੱਲਾਂ ਬਹੁਤ ਵੱਡੀਆਂ ਨੇ। ਫਿਰ ਮਜਬੂਰੀ ਦੇ ਬਸ ਕਰਦਾ, ਜਦ ਦੇਖ ਲਿਆ ਵੀ ਹੁਣ ਇਹ ਕੋਈ ਰਾਹ ਹੈ ਹੀ ਨਹੀਂ, ਇਹ ਹੁਣ ਤਾਂ ਇਹੀ ਰਾਹ ਹੈ, ਬਸ ਤੋੜਨ ਵਾਲੀ ਗੱਲ ਹੀ ਹੈ। ਇੱਕ ਰਖੜਾ ਸਾਹਿਬ, ਰਾਜਨਾਥ ਸਿੰਘ ਦਾ ਕਹਿਣਾ ਕਿ ਇਹਨਾਂ ਕਾਨੂੰਨਾਂ ਨੂੰ ਆਪਾਂ 2 ਸਾਲ ਲਾਗੂ ਕਰਕੇ ਦੇਖ ਲੈਂਦੇ ਹਾਂ। ਜੇਕਰ ਸਕਾਰਾਤਮਕ ਪੋਜ਼ੀਟਿਵ ਨਤੀਜਾ ਰਿਹਾ, ਕਿਸਾਨਾਂ ਦੀ ਆਮਦਨ ਡਬਲ ਹੋ ਗਈ ਤਾਂ ਕਾਨੂੰਨਾਂ ਨੂੰ ਇਹਨੂੰ ਰੱਖ ਲਾਂਗੇ। ਜੇਕਰ ਇਹਨਾਂ ਦੇ ਮਾੜੇ ਪ੍ਰਭਾਵ ਪਏ ਕਾਨੂੰਨਾਂ ਦੇ, ਫਿਰ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦੇਵਾਂਗੇ। ਇਹ ਬੀਜੇਪੀ ਦਾ ਕਿਹੋ ਜਿਹਾ ਪੈਮਾਨਾ? ਦੇਖੋ ਇਹ ਤਾਂ ਗਲਤ ਗੱਲਾਂ ਕਰਦੇ ਨੇ। ਇਹ ਕਹਿਣ ਕਿ ਅਸੀਂ 2 ਸਾਲ ਖਾਤਰ ਹਟਾ ਦਿੰਦੇ ਹਾਂ, ਬੈਠ ਕੇ ਤੁਸੀਂ ਸਲਾਹ ਕਰਾਂਗੇ, ਤੁਹਾਡੇ ਨਾਲ ਜੋ ਕਹੋਗੇ ਜਿਵੇਂ ਕਰ ਲਾਂਗੇ, ਫਿਰ ਕਰ ਲਾਂਗੇ ਆਪਾਂ। 2 ਸਾਲ ਵੀ 1 ਸਾਲ ਖਾਤਰ ਹੀ ਕਰ ਲੈਣ। ਜਿਵੇਂ ਸੁਪਰੀਮ ਕੋਰਟ ਨੇ ਕਿਹਾ ਕਿ ਬੀਜੇਪੀ ਨੂੰ ਕਿਹਾ ਤੁਸੀਂ ਹੋਲਡ ਰੱਖੋ, ਹੋਲਡ ਕਰ ਲਓ ਅਤੇ ਕਿਸਾਨਾਂ ਨੂੰ ਬੁਲਾ ਲਓ, ਕਿਸਾਨਾਂ ਦੀ ਸਲਾਹ ਦੇ ਨਾਲ ਜੋ ਜਿਵੇਂ ਕਿਸਾਨ ਕਹਿੰਦੇ ਨੇ ਉਹ ਹੋਲਡ ਕਰ ਲਓ। ਅਸਲ ਤਾਂ ਜਿੱਡੇ ਵੱਡੇ ਕਾਨੂੰਨ ਨੇ ਇਹਨਾਂ ਨੂੰ ਸਾਰੇ ਆਪੋਜੀਸ਼ਨ ਪਾਰਟੀ ਨੂੰ ਬੁਲਾਉਣਾ ਚਾਹੀਦਾ, ਕਿਸਾਨਾਂ ਨੂੰ ਬੁਲਾਉਣਾ ਚਾਹੀਦਾ, ਸਾਰਿਆਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਸਲਾਹ ਕਰਨ ਵੀ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ। ਇਸ ਗੱਲ ਦੇ ਵਿੱਚ ਉਹਨਾਂ ਦੀ ਗੱਲ ਵੱਧਦੀ ਹੈ, ਇਸ ਨਾਲ ਗੱਲ ਦੀ ਘਟਦੀ ਨਹੀਂ ਹੈ। ਪਰ ਉਹ ਆਪਣੀ ਤਾਂ ਈਗੋ ਵਾਲੀ ਗੱਲ ਹੈ ਨਾ, ਉਹੀ ਹੈਂਕੜ ਵਾਲੀ ਗੱਲ ਹੈ ਜੀ। ਰਖੜਾ ਸਾਹਿਬ, ਫਿਰ ਬਣੂਗਾ ਕੀ ਜੇਕਰ ਸਰਕਾਰ ਨਹੀਂ ਮੰਨਦੀ ਕਿ ਕਾਨੂੰਨ ਅਸੀਂ ਵਾਪਸ ਨਹੀਂ ਕਰਦੇ, ਕਿਸਾਨ ਉੱਥੇ ਬੈਠੇ ਨੇ ਕਿ ਰੱਦ ਕੀਤੇ ਜਾਣ, ਫਿਰ ਸਰਕਾਰ ਵੀ ਕਿਹੜਾ ਰਸਤਾ ਅਖਤਿਆਰ ਕਰ ਸਕਦੀ ਹੈ? ਦੇਖੋ ਕੋਈ ਰਸਤਾ ਅਖਤਿਆਰ ਕਰਦੇ, ਇਹ ਹੁਣ ਪਬਲਿਕ ਓਪੀਨੀਅਨ ਬਣ ਗਈ, ਲੋਕਾਂ ਦੀ ਬੇ ਬਣ ਗਈ, ਹਰ ਬੰਦਾ ਇਹਦੇ 'ਚ ਇਨਵੋਲਵ ਹੋ ਗਿਆ। ਇਹਦੇ 'ਚ ਤਾਂ ਮੈਨੂੰ ਇਹ ਨਹੀਂ ਪਤਾ। ਦੇਖੋ ਸਾਡੇ 70 ਸ਼ਹੀਦ ਹੋ ਗਏ ਲੋਕ, ਔਰ ਜਿਹੜਾ ਪੰਜਾਬੀ ਹੈ ਇਹ ਕਿਸੇ ਗੱਲ ਤੋਂ ਫਿਰ ਡਰਦਾ ਨਹੀਂ ਹੈ। ਦੇਖੋ ਇਹ ਵੀ ਆਪਣੀ ਪੱਗ ਦੀ ਲੜਾਈ ਲੜ ਰਿਹਾ ਹੈ, ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ, ਆਪਣੇ ਵਜੂਦ ਦੀ ਲੜਾਈ ਲੜ ਰਿਹਾ ਹੈ। ਜੇ ਵਜੂਦ ਹੀ ਨਾ ਰਿਹਾ ਫਿਰ ਲੜ ਰਹਿ ਗਏ ਸੀ ਕੀ ਕਰਨਾ ਇੱਥੇ? ਸੋ ਇਹ ਤਾਂ ਜ਼ਿੰਦਗੀ ਮੌਤ ਦੀ ਲੜਾਈ ਹੈ, ਸਿਰ ਤੱਕ ਲੜਾਈ ਲੜਾਂਗੇ, ਔਰ ਮੈਨੂੰ 100% ਉਮੀਦ ਆ ਜਿੱਤਾਂਗੇ ਅਸੀਂ ਜੀ। ਰਖੜਾ ਸਾਹਿਬ, ਜਦੋਂ ਤੋਂ ਇਹ ਆਰਡੀਨੈਂਸ ਆਏ ਸੀ 5 ਜੂਨ ਤੋਂ, ਜਦੋਂ ਰਾਸ਼ਟਰਪਤੀ ਸਾਈਨ ਤੋਂ ਬਾਅਦ ਕਾਨੂੰਨ ਬਣ ਗਏ ਸੀ, ਉਦੋਂ ਤੋਂ ਲੈ ਕੇ ਕਿਸਾਨਾਂ ਨੇ ਮੌਲ ਘੇਰੇ ਹੋਏ ਨੇ, ਟੋਲ ਪਲਾਜ਼ੇ ਘੇਰੇ ਹੋਏ ਨੇ, ਅਤੇ ਜੋ ਆਮਦਨ ਦਾ ਇੱਕ ਜ਼ਰੀਆ ਸੀ ਅੰਬਾਨੀ ਅਡਾਨੀ ਦਾ, ਉਹ ਤੋੜਤਾ। ਇਹਨੂੰ ਲੈ ਕੇ ਉਹ ਕੋਰਟ ਦੇ ਵਿੱਚ ਚਲੇ ਗਏ ਨੇ ਰਿਲਾਇੰਸ ਕੰਪਨੀ ਕਿ ਸਾਡਾ ਇਹਨਾਂ ਕਾਨੂੰਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਸਾਡੇ ਤਾਂ ਜ਼ੋਰ ਜ਼ਬਰਦਸਤੀ ਕੀਤੀ ਜਾ ਰਹੀ ਹੈ ਸਾਡੇ ਤੋਂ। ਤਾਂ
ਦੇਖੋ ਜਦੋਂ ਕੋਈ ਗੱਲ ਹੁੰਦੀ ਹੈ ਕੋਈ ਨਾ ਕੋਈ ਅਸੀਂ ਪ੍ਰੈਸ਼ਰ 'ਚ ਕਰਦੇ ਹਾਂ ਵੀ ਕਿਸੇ ਪ੍ਰੈਸ਼ਰ ਨਾਲ ਜਿਨ੍ਹਾਂ ਦੇ ਫੇਵਰ ਕੀਤੀ ਇਹਨਾਂ ਨੇ, ਠੀਕ ਹੈ, ਡਾਇਰੈਕਟਲੀ ਇਨਡਾਇਰੈਕਟਲੀ ਜੋ ਵੀ ਹੈ ਜਿਹਨਾਂ ਨੇ ਫੇਵਰ ਕੀਤੀ ਹੈ ਤੇ ਉਹ ਪ੍ਰੈਸ਼ਰ ਪਾਉਣ ਹੁਣ ਇਹਨਾਂ 'ਤੇ ਕਿ ਤੁਸੀਂ ਵਾਪਸ ਲੈ ਲਓ। ਦੇਖੋ ਜੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਹ ਮੋਦੀ ਸਾਹਿਬ 'ਤੇ ਪ੍ਰੈਸ਼ਰ ਪਾਉਣ ਕਿ ਵੀ ਤੁਸੀਂ ਇਹ ਕਾਨੂੰਨ ਵਾਪਸ ਲੈ ਲਓ, ਅਸੀਂ ਜਾ ਰਹੇ ਹਾਂ, ਅਸੀਂ ਕਰ ਰਹੇ ਹਾਂ। ਅਖੀਰ ਦੇ ਵਿੱਚ ਦੇਖੋ ਇਹ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਅੰਡਰਸਟੈਂਡ ਕਰਨੀਆਂ ਪੈਣੀਆਂ ਉਹਨਾਂ ਨੂੰ। ਜੇ ਪ੍ਰੈਸ਼ਰ ਪਾਉਣਗੇ, ਮੋਦੀ ਦੀ ਹਿੰਮਤ ਹੈ ਨਹੀਂ, ਜੇ ਅਡਾਨੀ ਬਣੀ ਤੇ ਪ੍ਰੈਸ਼ਰ ਪਾ ਲੈਣ ਕਿ ਕਾਨੂੰਨ ਵਾਪਸ ਲੈ ਲਓ, ਮੋਦੀ ਕਰ ਲੂਗਾ। ਫਿਰ ਇਹ ਸਾਡੀ ਗੱਲ ਨਹੀਂ ਮੰਨਦਾ, ਜ਼ਿਮੀਂਦਾਰਾਂ ਦੀ ਗੱਲ ਨਹੀਂ ਮੰਨਦਾ, ਲੋਕਾਂ ਦੀ ਗੱਲ ਨਹੀਂ ਮੰਨਦਾ, ਅਡਾਨੀ ਅੰਬਾਨੀ ਦੀ ਗੱਲ ਮੰਨੂਗਾ। ਜੀ ਰਖੜਾ ਸਾਹਿਬ, ਤੁਸੀਂ ਕਿਹਾ ਕਿ ਅੰਬਾਨੀ ਅਡਾਨੀ ਦੀ ਗੱਲ ਮੰਨੂਗਾ, ਲੋਕਾਂ ਦੀ ਗੱਲ ਨਹੀਂ ਮੰਨਦਾ। ਆਖਰ ਸਰਕਾਰ ਡੈਮੋਕ੍ਰੇਸੀ ਦੇ ਵਿੱਚ ਤਾਨਾਸ਼ਾਹੀਆ ਰਵੱਈਆ ਕਿਉਂ ਅਪਣਾ ਰਹੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਦੇ ਕੇ ਕੁਰਸੀਆਂ ਦਿੱਤੀਆਂ, ਜਿਨ੍ਹਾਂ ਨੇ ਇੱਕ ਮਕਾਮ ਦੇ ਉੱਤੇ ਪਹੁੰਚਾਏ, ਬਿਠਾਏ ਉੱਥੇ ਦਿੱਲੀ ਦੇ ਤਖਤ ਦੇ ਉੱਤੇ, ਅੱਜ ਉਹਨਾਂ ਲੋਕਾਂ ਤੋਂ ਸਰਕਾਰ ਮੂੰਹ ਕਿਉਂ ਫੇਰ ਗਈ? ਇਹੀ ਤਾਂ ਲੜਾਈ ਹੈ ਕਿ 85% ਲੋਕ ਨੇ ਜਿਹੜੇ ਕਿਸਾਨ ਨੇ, ਜਿਨ੍ਹਾਂ ਨੇ ਵੋਟਾਂ ਪਾਈਆਂ ਨੇ, ਜਿਨ੍ਹਾਂ ਨੇ ਤੈਨੂੰ ਬਣਾਇਆ ਹੈ, ਅੱਜ ਤੂੰ ਉਹਨਾਂ ਨੂੰ ਐਵੇਂ ਚਿੜੀਆਂ ਦੇਖਣ ਲੱਗ ਗਿਆ, ਡੰਗਰ ਵੱਛੀ ਦੇਖਣ ਲੱਗ ਗਿਆ। ਤੈਨੂੰ ਉਹਨਾਂ ਦੀ ਇੱਜ਼ਤ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ। 2-4 ਘਰਾਣਿਆਂ 6 ਘਰਾਣਿਆਂ ਪਿੱਛੇ ਤੂੰ ਸਾਰੇ ਹਿੰਦੁਸਤਾਨ ਨਾਲ ਦੁਸ਼ਮਣੀ ਪਾ ਰਿਹਾ ਹੈ, ਇਹ ਕੋਈ ਗੱਲ ਬਹੁਤੀ ਵਧੀਆ ਨਹੀਂ। ਜੀ ਰਖੜਾ ਸਾਹਿਬ, ਵਿਰੋਧੀ ਵੀ ਕਹਿੰਦੇ ਨੇ ਕਿ ਅਕਾਲੀ ਦਲ ਕਿਸਾਨ ਅੰਦੋਲਨ 'ਤੇ ਖੇਡਣਾ ਚਾਹੁੰਦਾ ਹੋਣਾ, ਕਿ ਅਕਾਲੀ ਦਲ ਸਿਆਸੀ ਖੁਸ਼ੀ ਹੋਈ ਜ਼ਮੀਨ ਪ੍ਰਾਪਤ ਕਰਨਾ ਚਾਹੁੰਦਾ। ਦੇਖੋ ਇਹ ਕਹਿਣ ਨੂੰ ਤਾਂ ਜੋ ਮਰਜ਼ੀ ਕਹੀ ਜਾਈਏ, ਅਸੀਂ ਇਹ ਲੜਾਈ ਪਿੱਛੇ ਰਹਿ ਕੇ ਲੜ ਰਹੇ ਹਾਂ, ਹਰ ਕੋਸ਼ਿਸ਼ ਕਰ ਰਹੇ ਹਾਂ ਤੇ ਸਾਰੇ ਜਿੱਥੇ ਵੀ ਸਾਡੀ ਮੀਟਿੰਗ ਹੁੰਦੀ ਆ ਉੱਥੇ ਹੁੰਦੀ ਆ ਕਿ ਸਾਰੇ ਪਿੱਛੇ ਰਹੋ, ਕਿਤੇ ਜਾਣਾ ਨਹੀਂ ਤੇ ਉੱਥੇ ਕਿਸਾਨ ਅੰਦੋਲਨ 'ਚ ਵੱਧ ਤੋਂ ਵੱਧ ਯੋਗਦਾਨ ਪਾਓ। ਅਸੀਂ ਘੱਟੋ ਘੱਟ ਉੱਥੇ ਮੇਰਾ ਖਿਆਲ ਹੈ ਵੀ ਮੇਰਾ ਆਪਣਾ 100 ਟੈਂਟ ਲਾਇਆ ਸੀ ਜਿੱਥੇ 5-6 ਹਜ਼ਾਰ ਬੰਦਾ ਰਹਿ ਸਕਦਾ ਜੀ। ਲੰਗਰ ਦਾ ਇਹ ਰਖੜਾ ਸਾਹਿਬ, ਅਗਲਾ ਸਵਾਲ ਸੀ ਇਹ ਕਿ ਵੀ ਲੋਕ ਪੁੱਛਦੇ ਨੇ ਅਕਾਲੀ ਦਲ ਦੀ ਕੀ ਕੰਟਰੀਬਿਊਸ਼ਨ ਹੈ ਇਸ ਅੰਦੋਲਨ ਦੇ ਵਿੱਚ? ਦੇਖੋ ਅਕਾਲੀ ਦਲ ਦੀ ਲੈ ਲਓ, ਇੰਡੀਵਿਜੂਅਲ ਦੀ ਗੱਲ ਕਰ ਲਓ। ਹੁਣ ਅਸੀਂ 150 ਟਰਾਲੀ ਇੱਥੇ ਸਮਾਨ ਦੀ ਭਰ ਕੇ ਲੈ ਕੇ ਗਏ ਹਾਂ, 500 ਟਰਾਲੀ ਸਾਡੀ ਬੰਦਿਆਂ ਦੀ ਭਰੀ ਹੋਈ ਸੀ। ਹਰ ਬੱਸ ਇੱਥੋਂ ਸਾਡੀ ਫ੍ਰੀ ਜਾਂਦੀ ਹੈ, ਜਿਹਨੇ ਜਾਣਾ ਹੋਵੇ ਉੱਥੇ ਉਹਦੇ 'ਚ ਹਿੱਸਾ ਪਾਉਣਾ ਹੋਵੇ, ਕਿਸੇ ਟਰੈਕਟਰ ਵਾਲੀ 'ਚ ਤੇਲ ਪਾਉਣਾ ਉਹਦੇ ਲਈ ਕਿਹਾ ਕਿ ਜੋ ਮਰਜ਼ੀ ਕਰ ਲਓ। ਤੇ ਸਾਡੀ ਆਪਣੀ ਜ਼ਿੰਮੇਵਾਰੀ ਬਣਦੀ ਹੈ, ਇਹ ਨਾ ਅਕਾਲੀ ਦਲ ਦੀ ਗੱਲ ਹੈ ਨਾ ਕਿਸੇ ਹੋਰ ਦੀ ਗੱਲ ਹੈ। ਹਾਂ ਇਹ ਤਾਂ ਹਰ ਇਨਸਾਨ ਵਿਅਕਤੀ ਵਿਸ਼ੇਸ਼ ਦਾ ਜੀ, ਹਰ ਬੰਦੇ ਦੀ ਇਹ ਗੱਲ ਹੈ। ਜੇ ਪਾਰਟੀਆਂ ਦੀ ਗੱਲ ਤਾਂ ਹੀ ਰਹੂਗੀ ਜੇ ਪੰਜਾਬ ਬਚੂਗਾ। ਜੇ ਅਸੀਂ ਸਿਆਸੀ ਗੱਲ ਤਾਂ ਹੀ ਕਰ ਸਕਾਂਗੇ ਜੇ ਸਾਡੀ ਖੇਤੀਬਾੜੀ ਰਹੂਗੀ। ਜੇ ਸਾਡੀ ਖੇਤੀਬਾੜੀ ਨਾਲ ਸਿਆਸਤ ਨੂੰ ਅਸੀਂ ਕੀ ਕਰਾਂਗੇ? ਪਹਿਲਾਂ ਸਾਡੀ ਜੇ ਅਸੀਂ ਕਿਸਾਨ ਹਾਂ, ਜੇ ਕਿਸਾਨੀ ਸਾਡੀ ਹੈਗੀ ਤਾਂ ਸਾਡਾ ਪੰਜਾਬ ਹੈਗਾ, ਸਾਡੀ ਪਾਰਟੀ ਹੈਗੀ, ਅਸੀਂ ਵੋਟਾਂ ਲੈਣੀਆਂ ਨਾ ਬੋਲਣੀਆਂ, ਇਹਦਾ ਸੈਕੰਡਰੀ ਗੱਲਾਂ ਨੇ। ਸਭ ਤੋਂ ਪਹਿਲਾਂ ਆਪਣੇ ਹੋਂਦ ਦੀ ਗੱਲ ਹੈ। ਜੇ ਹੋਂਦ ਰਹੀ ਤਾਂ ਸਾਰਾ ਕੁਝ ਹੀ ਕਰ ਲਾਂਗੇ, ਜੇ ਹੋਂਦ ਨਾ ਰਹੀ ਸਭ ਕੁਝ ਖਤਮ ਹੋ ਜਾਊਗਾ। ਸੋ ਪਹਿਲੀ ਗੱਲ ਸਾਡੀ ਤਾਂ ਪੂਰੀ ਕੋਸ਼ਿਸ਼ ਹੈ ਕਿ ਜਿਵੇਂ ਕਿਵੇਂ ਇਹ ਕਾਨੂੰਨ, ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ। ਸਾਡੀ ਜਿਹੜੀ ਇਹ ਹੋਂਦ ਹੈ ਉਹ ਬਰਕਰਾਰ ਰਹਿਣੀ ਚਾਹੀਦੀ ਹੈ। ਬਰਕਰਾਰ ਰਹੇਗੀ ਅਸੀਂ ਸਾਰਾ ਕੁਝ ਕਰ ਲਾਂਗੇ, ਕੋਈ ਦਿੱਕਤ ਵਾਲੀ ਗੱਲ ਨਹੀਂ ਇੱਥੇ, ਤੇ ਸਾਰਾ ਕੁਝ ਹੀ ਠੀਕ ਹੋ ਜਾਊਗਾ ਤੇ ਉਹਦੇ 'ਚ ਯੋਗਦਾਨ ਪਾਵਾਂਗੇ। ਪਰ ਇਹਦੇ 'ਚ ਤਾਂ ਸਾਡੀ ਪੂਰੀ ਕੋਸ਼ਿਸ਼ ਹੈ। ਦੇਖੋ ਅਸੀਂ 3 ਭਰਾ, 2 ਅਮਰੀਕਾ ਵਾਲੇ ਇੱਥੇ ਆ ਗਏ, ਉੱਥੇ ਜਾ ਕੇ ਟੈਂਟ ਦੇ ਵਿੱਚ ਪਏ ਹਾਂ ਤੇ ਸਾਰਾ ਕੁਝ ਕਰ ਰਹੇ ਹਾਂ। ਤੇ ਇਹ ਡਿਊਟੀ ਹੈ, ਇਹ ਕੋਈ ਆਸਾਨ ਨਹੀਂ ਹੈ ਕਿਸੇ ਸਿਰ। ਜੇ ਅਸੀਂ ਤਾਮਿਲਨਾਡੂ ਜਾ ਕੇ ਕੁਝ ਕਰ ਸਕਦੇ ਹਾਂ ਤਾਂ ਇੱਥੇ ਕਿਉਂ ਨਹੀਂ ਕਰ ਸਕਦੇ? ਜੇ ਉੱਥੇ 5 ਕਰੋੜ ਲਾਇਆ ਇੱਥੇ 10 ਕਰੋੜ ਲਾਵਾਂਗੇ, ਐਨ ਸਿਰੇ ਤੱਕ ਲੜਾਈ ਲੜਾਂਗੇ। ਰਖੜਾ ਸਾਹਿਬ, ਜਿਵੇਂ ਸਰਕਾਰ ਦਾ ਸੁਝਾਅ ਦਿੰਦੀ ਹੈ ਕਿਸਾਨਾਂ ਨੂੰ ਕਿ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ, ਉੱਥੇ ਗੱਲਬਾਤ ਕਰ ਲਾਂਗੇ, ਕੀ ਸਰਕਾਰ ਆਪਣੇ ਤੇ ਟੋਰਾ ਝਾੜ ਕੇ ਕੋਰਟ ਤੇ ਰੱਖਣਾ ਚਾਹੁੰਦੀ ਹੈ ਵੀ ਜੋ ਕਿਸਾਨਾਂ ਪ੍ਰਤੀ ਜੋ ਕੋਰਟ ਦਾ ਆਰਡਰ ਹੋਊਗਾ ਉਹ ਅਸੀਂ ਫਿਰ ਨੀਤੀ ਅਪਣਾ ਲਾਂਗੇ? ਜੇ ਇਹ ਕਾਨੂੰਨ ਸੁਪਰੀਮ ਕੋਰਟ ਨੇ ਬਣਾਏ ਹੁੰਦੇ, ਉਹਨੇ ਇੰਪਲੀਮੈਂਟ ਕੀਤੇ, ਫਿਰ ਸੁਪਰੀਮ ਕੋਰਟ ਵਗ ਜਾਂਦੇ। ਇਹ ਕਾਨੂੰਨ ਤਾਂ ਬਣਾਇਆ ਸਰਕਾਰ ਨੇ ਤੇ ਜਾਈਏ ਅਸੀਂ ਸੁਪਰੀਮ ਕੋਰਟ। ਅਸੀਂ ਕਦੇ ਨਹੀਂ ਸੁਪਰੀਮ ਕੋਰਟ ਜਾਣਾ, ਅਸੀਂ ਸਾਡੀ ਡਿਊਟੀ ਨਹੀਂ ਬਣਦਾ ਸੁਪਰੀਮ ਕੋਰਟ ਜਾਣਾ। ਸਰਕਾਰ ਨੇ ਬਣਾਇਆ, ਸਰਕਾਰ ਵਾਪਸ ਲੈ ਲਵੇ। ਸਾਨੂੰ ਕਹਿ ਰਹੀ ਹੈ, ਸਾਨੂੰ ਰਾਈਜ਼ ਕਰ ਰਹੀ ਹੈ ਤੁਸੀਂ ਉੱਥੇ ਵਗ ਜਾਓ। ਕਿਉਂ ਵਗ ਜਾਈਏ? ਅਸੀਂ ਜਿਹਨੇ ਕਾਨੂੰਨ ਬਣਾਏ ਨੇ ਅਸੀਂ ਉਹਨਾਂ ਨੂੰ ਕਹਿੰਦੇ ਵਾਪਸ ਕਰੋ। ਲੋਕ ਕਹਿ ਰਹੇ ਨੇ, ਪੰਜਾਬੀ ਕਹਿ ਰਹੇ ਨੇ, ਕਿਸਾਨ ਕਹਿ ਰਹੇ ਨੇ, ਜਿਨ੍ਹਾਂ ਦੇ ਵੱਲੋਂ ਬਣਾਏ ਨੇ ਉਹ ਸਾਰੇ ਕਹਿੰਦੇ ਵਾਪਸ ਲੈ ਲਓ। ਜੀ ਰਖੜਾ ਸਾਹਿਬ, ਜਦੋਂ ਸੁਪਰੀਮ ਕੋਰਟ ਨੇ ਪਹਿਲਾਂ ਕਿਹਾ ਸੀ ਕਿ ਤੁਸੀਂ ਬੀਜੇਪੀ ਸਰਕਾਰ ਨੂੰ ਕਹਿਣਾ ਸੀ ਸੁਪਰੀਮ ਕੋਰਟ ਦਾ ਕਿ ਤੁਸੀਂ ਹੋਲਡ ਤੇ ਰੱਖ ਲਓ ਇਹਨਾਂ ਕਾਨੂੰਨਾਂ ਨੂੰ, ਤਾਂ ਫਿਰ ਉਦੋਂ ਵੀ ਬੀਜੇਪੀ ਨੇ ਗੱਲ ਨਹੀਂ ਮੰਨੀ ਕੋਰਟ ਦੀ। ਕਿਸੇ ਦੀ ਗੱਲ ਮੰਨਣ ਨੂੰ ਤਿਆਰ ਨਹੀਂ। ਮੋਦੀ ਸਾਹਿਬ ਦੇ ਵਿੱਚ ਹੈਂਕੜ ਹੈ। ਉੱਥੇ ਤੁਸੀਂ ਦੇਖਿਆ ਜਿਹੜੇ ਮੰਤਰੀ ਵੀ ਨੇ ਉੱਥੇ ਗੱਲ ਕਰਦੇ ਨੇ, ਫਿਰ ਟੈਲੀਫੋਨ ਕਰਕੇ ਪੁੱਛਦੇ ਨੇ ਵੀ ਆਹ ਗੱਲ ਕਰ ਲਈ ਜੀ, ਅਸੀਂ ਆਹ ਕਰ ਲਈ। ਕਿਸੇ ਕੋਲ ਕਿਸੇ ਦੇ ਪੱਲੇ ਕੁਝ ਨਹੀਂ ਹੈ। ਮੋਦੀ ਕਹਿੰਦਾ ਜੋ ਮੈਂ ਆ ਮੈਂ ਹੀ ਹਾਂ। ਮੈਂ ਤਾਂ ਪਹਿਲਾਂ ਕਿਹਾ ਕਿ ਮੈਂ ਤੇ ਰੱਬ ਦਾ ਬੈਰ ਹੈ, ਇਹ ਮੈਂ ਛੱਡ ਦੇਣ, ਹੈਂਕੜਬਾਜ਼ੀ ਛੱਡ ਦੇਣ, ਹਿੰਦੁਸਤਾਨ ਬਚ ਜਾਊਗਾ, ਪੰਜਾਬ ਬਚ ਜਾਊਗਾ, ਕਿਸਾਨ ਬਚ ਜਾਣਗੇ, ਸਾਡਾ ਨਾਂ ਵੱਡਾ ਹੋ ਜਾਊਗਾ। ਪਰ ਮੋਦੀ ਸਾਹਿਬ ਕਹਿੰਦੇ ਸਾਰਿਆਂ ਨੂੰ ਉਜਾੜਨਾ। ਜੇ ਇਸ ਗੱਲ 'ਤੇ ਆਏ ਨੇ ਕਿ ਉਜਾੜਨੀ ਹੈ ਸਾਰਿਆਂ ਨੂੰ, ਫਿਰ ਲੜਾਈ ਲੜੇ, ਕੋਈ ਗੱਲ ਨਹੀਂ। ਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ। ਅਸੀਂ ਕਿੱਡੀਆਂ ਲੜਾਈਆਂ ਲੜੀਆਂ ਸਾਡੇ ਗੁਰੂ ਸਾਹਿਬਾਨ ਨੇ। ਮੁਗਲਾਂ ਤੱਕ ਨੂੰ ਉਹ ਬੰਦੇ ਜਿਹੜੇ ਕਹਿੰਦੇ ਸੀ ਵੀ ਸਾਨੂੰ ਪੁੱਛ ਕੇ ਦਿਨ ਚੜ੍ਹਦਾ ਹੈ, ਉਹ ਨਹੀਂ ਛੱਡੇ ਹਨ ਇੱਥੇ।
ਰਖੜਾ ਸਾਹਿਬ, ਤੁਸੀਂ ਅਮਰੀਕਾ ਦੇ ਵਿੱਚ ਜੋ ਇਹ ਖੇਤੀ ਮਾਡਲ ਸਰਕਾਰ ਥੋਪਣਾ ਚਾਹੁੰਦੀ ਹੈ, ਤੁਸੀਂ ਤਾਂ ਬੜੇ ਨੇੜੇ ਤੋਂ ਦੇਖਿਆ ਇਹ ਮਾਡਲ, ਉਹਨਾਂ ਦੇਸ਼ਾਂ ਦਾ ਫੇਲੀਅਰ ਮਾਡਲ ਹੈ ਇਹ। ਬੜੇ 1-1.5% ਕਿਸਾਨ ਖੇਤੀ ਦੇ ਵਿੱਚ ਰਹਿ ਗਏ ਨੇ, ਉਹਨਾਂ ਨੂੰ ਵੀ ਸਰਕਾਰ ਸਬਸਿਡੀਆਂ ਦੇ ਕੇ ਉੱਥੇ ਰੱਖ ਰਹੀ ਹੈ ਕਿ ਤੁਸੀਂ ਯਾਰ ਖੇਤੀ ਦੇ ਵਿੱਚ ਟਿਕੋ। ਤੇ ਜਦੋਂ ਯੂਰਪ ਦਾ ਵੀ ਇਹ ਫੇਲੀਅਰ ਮਾਡਲ ਹੈ, ਤਾਂ ਇਹ ਆਪਣੀ ਹੀ ਸਰਕਾਰ, ਬੀਜੇਪੀ ਦੀ ਸਰਕਾਰ ਸਾਡੇ ਤੇ ਕਿਸਾਨਾਂ ਦੇ ਕਿਉਂ ਥੋਪਣਾ ਚਾਹੁੰਦੀ ਹੈ? ਬਸ ਆਹੀ ਗੱਲ ਹੈ, ਤੁਸੀਂ ਅਸਲੀ ਗੱਲ ਤੇ ਆ ਗਏ। ਇਹ ਮੋਦੀ ਸਾਹਿਬ ਚਾਹੁੰਦੇ ਨਹੀਂ ਕਿ ਪੰਜਾਬ ਵਾਲੇ ਮਿਹਨਤ ਕਰਦੇ ਨੇ, ਮਿਹਨਤੀ ਨੇ, ਹਿੰਮਤ ਕਰਦੇ ਨੇ, ਚੰਗੀਆਂ ਪੱਗਾਂ ਬੰਨ੍ਹਦੇ ਨੇ, ਇਹ ਬਰਦਾਸ਼ਤ ਨਹੀਂ ਹੁਣ ਹੋ ਰਿਹਾ। ਜੇ ਅੱਜ ਦੇਖੀਏ ਪੰਜਾਬੀ ਨੇ ਮਿਹਨਤ ਕਰਕੇ ਆਪਣੀ ਤਰੱਕੀ ਕੀਤੀ ਹੈ। ਸਾਡੇ ਤੇ ਬਥੇਰੇ ਇਹਨਾਂ ਨੇ ਐਲੀਗੇਸ਼ਨ ਲਾਇਆ ਪੰਜਾਬ ਤਾਂ ਡਰੱਗ ਖਾਂਦੇ ਨੇ, ਇਹ ਤਾਂ ਨਸ਼ਈ ਨੇ। ਹੁਣ ਨਸ਼ਾ ਕਿੱਧਰ ਗਿਆ? ਕਿੱਡੇ ਕਿੱਡੇ ਬੈਰੀਅਰ ਸੀ ਤੋੜਤੇ ਪੰਜਾਬੀਆਂ ਨੇ। ਸੋ ਇੱਥੋਂ ਪਤਾ ਲੱਗਦਾ ਕਿ ਇਹ ਸਿਰਫ ਤੇ ਸਿਰਫ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਗੱਲ ਹੈ। ਜਿਹੜੀ ਸਾਡੀ ਤਰੱਕੀ ਹੈ, ਜਿਹੜੀ ਸਾਡੀ ਉੱਨਤੀ ਹੈ, ਉਹਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿਸੇ ਤੋਂ। ਤੇ ਇਹ ਨਹੀਂ ਦੇਖਦੇ ਵੀ ਕਿੰਨਾ ਕੰਮ ਕਰਦੇ ਨੇ। ਤੁਸੀਂ ਦੇਖੋ ਇੱਥੇ 24-24 ਘੰਟੇ ਲੋਕ ਕੰਮ ਕਰਦੇ ਨੇ। ਜਿਹੜੀਆਂ ਜਿੰਨੀਆਂ ਸਾਡੀਆਂ ਜ਼ਮੀਨਾਂ ਸੀ, ਟਿੱਬੇ ਚੱਕ ਕੇ ਅਸੀਂ ਸਾਰੇ ਇੱਥੇ ਲੈਂਦੇ। ਜਿੱਥੇ ਆਪਾਂ ਬੈਠੇ ਹਾਂ ਇੱਥੇ ਕਲਰ ਹੁੰਦਾ ਸੀ ਤੇ ਪਰਲੇ ਪਾਸੇ ਟਿੱਬੇ ਹੁੰਦੇ ਸੀ, ਕਿਤੇ ਹੁੰਦੇ ਹੀ ਨਹੀਂ ਸੀ। ਟਿੱਬੇ ਚੱਕ ਕੇ ਕਲਰਾਂ ਸਿੱਟਣੇ। ਅੱਜ ਫਸਲ ਹੁੰਦੀ ਹੈ, ਮਿਹਨਤ ਕੀਤੀ ਹੈ ਲੋਕਾਂ ਨੇ, ਤਾਂ ਹੀ ਇਹ ਹੋ ਰਹੀ ਹੈ। ਤੇ ਇਹਦਾ ਸਾਨੂੰ ਬਦਨਾਮ ਕਰਨ 'ਤੇ ਲੱਗੇ ਨੇ, ਕਿਵੇਂ ਨਾ ਕਿਵੇਂ ਅਸੀਂ ਤੇ ਇਹਨਾਂ ਨੂੰ ਥੱਲੇ ਲਿਆਈਏ। ਇਹੀ ਗੱਲ ਹੈ, ਹੋਰ ਕੋਈ ਗੱਲ ਨਹੀਂ ਹੈ। ਇਹ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬੀਆਂ ਨੇ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਜਾ ਕੇ ਮਿਹਨਤ ਕਰਕੇ ਨਾਂ ਖੱਟਿਆ। ਕਿਤੇ ਵਗ ਜਾਓ, ਅੱਜ ਦੇਖੀ ਅਮਰੀਕਾ 'ਚ ਦੇਖ ਲਓ, ਕੈਨੇਡਾ 'ਚ ਦੇਖ ਲਓ, ਜਾਪਾਨ 'ਚ ਦੇਖ ਲਓ, ਇਟਲੀ 'ਚ ਦੇਖ ਲਓ, ਜਿੱਥੇ ਪੰਜਾਬੀ ਬੈਠਾ ਹੈ ਉੱਥੇ ਬਾਬੇ ਨਾਨਕ ਨੇ ਮਿਹਰ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਅੱਜ ਵੀ ਇੱਥੇ ਦੇਖ ਲਓ ਕਿੰਨੇ ਲੰਗਰ ਚੱਲ ਰਹੇ ਨੇ, ਕਿੰਨੀ ਜਨਤਾ ਜਾ ਰਹੀ ਹੈ। ਕਿਤੇ ਕੋਈ ਖਾਣ ਪੀਣ ਦਾ, ਰਹਿਣ ਸਹਿਣ ਦਾ ਕੋਈ ਦਿੱਕਤ ਨਹੀਂ ਆ ਰਹੀ। ਜਿੱਥੇ ਲੱਖਾਂ ਬੰਦੇ ਬੈਠੇ ਹੋਣ, ਵੈਸੇ ਤਾਂ 10 ਬੰਦੇ ਬੈਠੇ, ਆਪਾਂ 10 ਬੰਦਿਆਂ ਦੀ ਬੜੀ ਪ੍ਰੋਬਲਮ ਹੋ ਜਾਂਦੀ ਹੈ। ਜਿੱਥੇ ਲੱਖਾਂ ਬੰਦੇ ਬੈਠੇ ਹੋਣ ਉੱਥੇ ਕੋਈ ਪ੍ਰੋਬਲਮ ਆ ਰਹੀ ਹੈ? ਖਾਣ ਦੀ ਨਹੀਂ ਪ੍ਰੋਬਲਮ ਆ ਰਹੀ, ਰਹਿਣ ਦੀ ਨਹੀਂ ਆ ਰਹੀ, ਡਾਕਟਰੀ ਇਲਾਜ ਦੀ ਨਹੀਂ ਆ ਰਹੀ। ਹਰ ਚੀਜ਼ ਲੋਕਾਂ ਨੇ ਪੰਜਾਬੀਆਂ ਨੇ ਲਿਆ ਕੇ ਉੱਥੇ ਮੁਹੱਈਆ ਕਰਤੀ। ਇਹਨਾਂ ਤੋਂ ਇਹ ਜਲਸੇ ਵੀ ਪੀਜ਼ੇ ਖਾਂਦੇ ਨੇ, ਇਹ ਬਦਾਮ ਖਾਂਦੇ ਨੇ, ਉੱਥੇ ਇਹ ਕਾਜੂ ਖਾਂਦੇ। ਇਹੀ ਚੀਜ਼ਾਂ ਨਹੀਂ ਬਰਦਾਸ਼ਤ ਹੁੰਦੀਆਂ ਇਹਨਾਂ ਤੋਂ। ਦੇਖੋ ਕੋਈ ਨਾ ਕੋਈ ਤਾਂ ਇੱਥੇ ਹੈ, ਬਾਬੇ ਨਾਨਕ ਦੀ ਤਾਕਤ ਹੀ ਹੈ ਜਿਹੜੀ ਇੰਨੇ ਲੋਕਾਂ ਨੂੰ ਇਹੋ ਜਿਹਾ ਕੁਛ ਹੋ ਰਿਹਾ ਉੱਥੇ। ਇੱਥੇ ਮੈਂ ਤਾਂ ਕਹਿੰਦਾ ਪਰਮਾਤਮਾ ਦੀ ਮਿਹਰ ਹੋ ਰਹੀ ਹੈ ਜੀ। ਰਖੜਾ ਸਾਹਿਬ, ਹੁਣ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਦਾ ਸਮਾਂ ਨਿਤ ਨੇੜੇ ਆਉਂਦਾ ਜਾ ਰਿਹਾ, ਤੇ ਅਕਾਲੀ ਦਲ ਦੀ ਹੁਣ ਫਿਰ ਸਟ੍ਰੈਟਜੀ, ਰਣਨੀਤੀ, ਅਕਾਲੀ ਦਲ ਦੀ ਤਿਆਰੀ ਕਿਵੇਂ ਹੈ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਕਾਨੂੰਨਾਂ 'ਤੇ ਲੜਾਈ ਹੈ। ਇਹ ਕਾਨੂੰਨਾਂ ਦੀ ਲੜਾਈ ਲੜ ਕੇ ਫਿਰ ਆਪਣੀ ਅਸੈਂਬਲੀ ਦੀ ਲੜਾਈ ਲੜਾਂਗੇ, ਪੂਰੀ ਜ਼ੋਰ ਨਾਲ ਲੜਾਂਗੇ, ਔਰ ਜਿੱਤਾਂਗੇ। ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਸਰਕਾਰ ਬਣਾਵਾਂਗੇ। ਜਿਵੇਂ ਪਹਿਲਾਂ ਡਿਵੈਲਪਮੈਂਟ ਕੀਤੀ ਹੈ, ਪਹਿਲਾਂ ਤਰੱਕੀ ਕੀਤੀ ਹੈ, ਪਹਿਲਾਂ ਗਰੀਬਾਂ ਦੇ ਕੰਮ ਕੀਤੇ ਨੇ, ਉਹ ਫਿਰ ਕੰਮ ਕਰਾਂਗੇ। ਦੁਬਾਰੇ ਫਿਰ ਸ਼ੁਰੂ ਹੋਊਗੀ ਕੰਮ ਇਹ। ਦੇਖੋ, ਅੱਜ ਆਪਾਂ ਦੇਖ ਲਈਏ ਜਿਹੜੇ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕੀਤੇ ਨੇ, ਅੱਜ ਵੀ ਲੋਕ ਗੱਲ ਕਰਦੇ ਨੇ। ਚਾਹੇ ਟਰੈਕਟਰ ਰਾਲੀ, ਮੈਂ ਦੇਖਿਆ ਵੀ ਜੇ ਕਿਤੇ ਟਰੈਕਟਰ ਵਾਲੀ 'ਚ 5 ਬੰਦੇ ਹੁੰਦੇ ਸੀ ਨਾ, ਇੰਸਪੈਕਟਰ ਘੇਰ ਲੈਂਦਾ ਸੀ, ਕਿੱਧਰ ਹੋਏ, ਕਿੱਧਰ ਮੂੰਹ ਚੱਕਿਆ, ਚਲਾਨ ਕਰ ਦਿਓ, ਇਹਦਾ ਕਰ ਦਿਓ। ਅਕਾਲੀਆਂ ਨੂੰ ਗੱਡਾ ਬਣਾਤਾ ਸੀ ਵੀ ਇਹਦੇ ਕੋਈ ਕਾਗਜ਼ ਨਹੀਂ, ਇਹਦਾ ਕੋਈ ਕੁਛ ਹੋਰ ਨਹੀਂ, ਕੁਛ ਨਹੀਂ ਕਰਨਾ ਹੈ। ਮੈਨੂੰ ਯਾਦ ਆਇਆ ਜਦੋਂ ਬਾਦਲ ਸਾਹਿਬ ਨੇ, ਹਾਲਾਂਕਿ ਮੈਂ ਸਿਆਸਤ ਨਹੀਂ ਸੀ, 97 ਦੇ ਵਿੱਚ ਜਦੋਂ ਇਹ ਫੈਸਲਾ ਕੀਤਾ ਕਿ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੇ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕਰਾਂਗੇ, ਜਿਹੜਾ SC ਭਾਈਚਾਰਾ ਉਹਦੇ 200 ਯੂਨਿਟ ਮਾਫ ਕਰਾਂਗੇ। ਲੋਕ ਮਖੌਲ ਕਰਦੇ ਸੀ ਵੀ ਕੀ ਬਾਦਲ ਕੋਲ ਤਾਕਤ ਹੈ, ਕਿਵੇਂ ਮਾਫ ਕਰ ਦੂਗਾ। ਪਰ ਪਹਿਲੀ ਮੀਟਿੰਗ ਹੋਈ, ਪਹਿਲੀ ਮੀਟਿੰਗ ਦੇ ਵਿੱਚ ਸਾਰੇ ਮਾਫ ਕਰਤੇ ਸੀ। ਇੱਦਾਂ ਹੀ ਆਟੇ ਦਾਲ ਦੀ ਗੱਲ ਸੀ, ਜੋ ਕਿਹਾ ਹੈ ਉਹ ਕੀਤਾ ਹੈ। ਆਹ ਸੜਕਾਂ ਦੇਖ ਲਓ ਕਿੰਨੀਆਂ ਸੋਹਣੀਆਂ ਬਣ ਗਈਆਂ। ਰਖੜਾ ਸਾਹਿਬ, ਕਾਂਗਰਸ ਦੀ 4 ਸਾਲ ਦੀ ਕਾਰਜਕਾਰੀ, ਦੇਖੋ ਵੈਸੇ ਤਾਂ ਮੇਰੇ ਕਹਿਣ ਦੀ ਲੋੜ ਨਹੀਂ ਹੈ, ਮੇਰੇ ਨਾਲ ਵੱਧ ਤੁਸੀਂ ਜਾਣਦੇ ਆ। 0 ਤੋਂ ਵੱਧ ਹੋਰ ਕੋਈ ਕਾਰਗੁਜ਼ਾਰੀ ਹੈ। ਜੋ ਕੈਪਟਨ ਸਾਹਿਬ ਨੇ ਕਿਹਾ, ਮੈਂ ਕਹਿੰਦਾ ਪਹਿਲਾਂ ਤਾਂ ਬਹੁਤ ਬੜੀ ਭੁੱਲ ਕੀਤੀ ਕੈਪਟਨ ਸਾਹਿਬ ਨੇ, ਬਹੁਤ ਮਾੜੀ ਗੱਲ ਕੀਤੀ, ਬਹੁਤ ਨਿੰਦਣਯੋਗ ਗੱਲ ਕੀਤੀ ਕਿ ਜੋ ਵੀ ਕਿਹਾ ਸਹੁੰ ਖਾ ਕੇ ਕਿਹਾ, ਗੁਰਦੁਆਰਾ ਸਾਹਿਬ ਕਨੀ ਹੱਥ ਰੱਖ ਕੇ ਕਿਹਾ ਕਿ ਤੁਹਾਡੇ ਕਰਜ਼ੇ ਚਾਹੇ ਕਮਰਸ਼ੀਅਲ ਬੈਂਕ ਦੇ ਨੇ, ਚਾਹੇ ਕੋਪਰੇਟ ਬੈਂਕ ਦੇ ਨੇ, ਚਾਹੇ ਆੜਤੀਆਂ ਦੇ ਨੇ, ਮੈਂ ਮੋੜੂੰਗਾ, ਮੇਰੀ ਸਰਕਾਰ ਮੋੜੂਗੀ, ਤੁਹਾਨੂੰ ਮੋੜਨ ਦੀ ਲੋੜ ਨਹੀਂ। ਕਿਸੇ ਚੀਜ਼ ਗੱਲ ਨਹੀਂ ਕਹੀ ਸੀ। ਫਿਰ ਹਰ ਘਰ ਦੇ ਵਿੱਚ ਇੱਕ ਨੌਕਰੀ ਲੈ ਕੇ ਦਊਂਗਾ ਸਰਕਾਰੀ। ਅੱਜ ਤੁਸੀਂ ਦੇਖ ਲਓ ਕੀ ਹੋ ਰਿਹਾ। ਆਹ 2 ਤਾਂ ਬਹੁਤ ਵੱਡੀਆਂ ਗੱਲਾਂ ਸੀ ਜਿਹਦੇ ਕਰਕੇ ਇਹਦੀ ਸਰਕਾਰ ਬਣੀ ਹੈ। ਦੇਖੋ, ਮੈਨੂੰ ਲੱਗਦਾ ਜੇ ਮੇਰਾ ਮੁੰਡਾ ਬਰਾਬਰ ਦਾ ਬੈਠਾ ਹੋਵੇ, ਮੇਰੇ ਗਲ ਪਾਣੀ ਚੜਾਵੇ ਕਿ ਬਾਪੂ ਮੈਨੂੰ ਸਰਕਾਰੀ ਨੌਕਰੀ ਦਿੰਦਾ ਕੈਪਟਨ, ਤੈਨੂੰ ਵੋਟ ਪਾਉਣ 'ਚ ਕੀ ਹੁੰਦਾ, ਮੇਰਾ ਵੀ ਦਿਲ ਪਿਘਲ ਜੂਗਾ। ਮੇਰੇ ਸਿਰ 10 ਲੱਖ ਦਾ ਕਰਜ਼ਾ ਹੋਵੇ, ਰੋਜ਼ ਮੈਨੂੰ ਆ ਕੇ ਸਾਹੂਕਾਰ ਤੰਗ ਕਰਦਾ ਹੋਵੇ, ਮੇਰੇ ਘਰ ਨੂੰ ਚੰਗਾ ਮਾੜਾ ਬੋਲਦਾ ਹੋਵੇ, ਤੇ ਮੈਂ ਵੀ ਕਹੂੰਗਾ ਯਾਰ ਮੇਰਾ ਕਰਜ਼ਾ ਲੈਂਦਾ। ਸੋ ਇਹ ਗੱਲਾਂ ਨੇ। ਦੂਜੇ ਪਾਸੇ 2500 ਰੁਪਏ ਪੈਨਸ਼ਨ ਦੇ ਦੂੰਗਾ, ਬੱਚਿਆਂ ਨੂੰ ਸਮਾਰਟਫੋਨ ਦੇ ਦੂੰਗਾ। ਮਤਲਬ ਉਹ ਗੱਲਾਂ ਕੀਤੀਆਂ ਜਿਹੜੀਆਂ ਪੋਸੀਬਲ ਹੀ ਨਹੀਂ ਹਨ, ਪਰ ਲੋਕਾਂ ਨੂੰ ਜਚਾਤੀਆਂ, ਸਹੁੰ ਖਾ ਕੇ ਕੀਤੀਆਂ। ਸੋ ਇਹ ਤਾਂ ਇੱਕੋ ਗੱਲ ਸੀ ਵੀ ਜੋ ਮਰਜ਼ੀ ਹੋਏ, ਇੱਕ ਵਾਰ ਸਰਕਾਰ ਬਣਾ ਲਓ, ਫਿਰ ਦੇਖੀ ਜਾਂਦੇ ਕੀ ਹੁੰਦਾ। ਜੋ ਕੀਤਾ ਉਹ ਤੁਹਾਡੇ ਸਾਹਮਣੇ, ਜੋ ਡਿਵੈਲਪਮੈਂਟ ਹੋਈ ਹੈ, ਸਾਡੇ ਟਾਈਮ ਦੀ ਡਿਵੈਲਪਮੈਂਟ ਵੀ ਤੁਹਾਡੇ ਸਾਹਮਣੇ ਹੈ ਤੇ ਉਹਨਾਂ ਦੇ ਟਾਈਮ ਦੀ ਵੀ ਸਾਹਮਣੇ ਹੈ। ਇਹਨਾਂ ਨੇ ਕਿਹਾ ਸੀ ਕਿ ਜੇ ਸਾਡੀ ਸਰਕਾਰ ਬਣ ਗਈ, ਅੱਜ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਲੱਗੇ ਨੇ ਅਸੀਂ ਸਾਰੇ ਬੰਦ ਕਰ ਦਾਂਗੇ, ਅਸੀਂ ਉੱਥੇ ਤੋੜ ਦਾਂਗੇ। ਕਿਉਂ ਨਹੀਂ ਤੋੜੇ? ਕਦੇ ਇਹਨਾਂ ਨੇ ਇਹ ਗੱਲ ਕਹੀ ਕਿ ਜਿਹੜੇ ਬਿੱਲ ਨੇ, ਜਿਹੜਾ ਪਰ ਯੂਨਿਟ ਦੇ ਰਹੇ ਹਾਂ, ਉਹ ਸਾਡਾ ਕੀ ਰੇਟ ਹੈ, ਜਿਹੜੇ ਬਾਹਰ ਲੱਗੇ ਨੇ ਉਹਨਾਂ ਦਾ ਕੀ ਰੇਟ ਹੈ, ਇਹ ਕੰਪੈਰੀਜ਼ਨ ਕਰਨ।
ਪਰ ਉਹ ਉਸ ਗੱਲ ਤੇ ਨਹੀਂ ਆਉਂਦੇ, ਮੂੰਹ ਜ਼ਬਾਨੀ ਗੱਲਾਂ ਹੀ ਕਰੀ ਜਾਂਦੇ ਨੇ। ਸੋ ਰਖੜਾ ਸਾਹਿਬ, ਬੀਜੇਪੀ ਦੇ ਪੰਜਾਬ ਦੇ ਵੱਡੇ ਲੀਡਰਾਂ ਦਾ, ਵੱਡੇ ਆਗੂਆਂ ਦਾ ਕਿਸਾਨਾਂ ਨੂੰ ਨਕਸਲੀ, ਅੱਤਵਾਦੀ, ਖਾਲਿਸਤਾਨੀ ਕਹਿਣਾ? ਦੇਖੋ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ। ਇਹ ਚਾਹੁੰਦੇ ਨੇ ਕਿ ਵੀ ਹੁਣ ਇਦਾਂ ਦੀ ਗੱਲ ਹੋ ਜੇ, ਇਹ ਹੁਣ ਤਾਂ ਵਿੱਚੋਂ ਨਿਕਲਣਾ ਚਾਹੁੰਦੇ ਨੇ। ਦੇਖੋ, ਪਹਿਲਾਂ ਵੀ ਇਹੀ ਮਾਹੌਲ ਖਰਾਬ ਕਰ, ਜੋ SPIL ਬਣੀ ਹੈ ਉਹਨੂੰ ਨੁਕਸਾਨ ਕਰਕੇ ਇਹ ਜਿਹੜੀ ਲਹਿਰ ਸ਼ੁਰੂ ਹੋਈ ਸੀ, ਅੱਜ ਵੀ ਉਹ ਹਾਲਾਤ ਖਰਾਬ ਕਰਨਾ ਚਾਹੁੰਦੇ ਨੇ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਅਸਲ ਤਾਂ ਹੈ ਪੰਜਾਬੀਆਂ ਨੂੰ, ਕਿ ਇਹ ਨਹੀਂ ਚਾਹੁੰਦੇ ਵੀ ਇਹ ਗਾਹਾਂ ਲੰਘਣ। ਸੋ ਪਰ ਪਰਮਾਤਮਾ ਦੀ ਮਿਹਰ ਹੈ, ਲੋਕ ਇੰਨਾ ਬਹੁਤ ਠਰਮੇ ਨਾਲ ਕੰਮ ਕਰ ਰਹੇ ਨੇ, ਬਹੁਤ ਇਮਾਨਦਾਰੀ ਤੇ ਦਿਆਨਦਾਰੀ ਨਾਲ ਕੰਮ ਕਰ ਰਹੇ ਨੇ, ਕੋਈ ਨੁਕਸਾਨ ਵਾਲੇ ਪਾਸੇ ਜਾ ਹੀ ਨਹੀਂ ਰਹੇ। ਇਹ ਭੜਕਾ ਰਹੇ ਨੇ, ਘੜੀ ਭੜਕਾ ਰਹੇ ਨੇ ਵੀ ਆਪਾਂ ਆਹ ਗੱਲ ਕਹਿ ਦਿਓ। ਜਿੰਨੇ ਕੁਛ ਉਹਨਾਂ ਨੇ ਕਹਿਤਾ, ਇੰਨੇ 'ਚ ਤਾਂ ਮੈਂ ਕਹਿੰਦਾ ਧੰਨ ਭਾਗ ਨੇ ਇਹਨਾਂ ਦੇ ਪੈਰ ਚੁੰਮਣ ਵਾਲੀ ਗੱਲ ਹੈ ਕਿ ਇੰਨੀਆਂ ਗੱਲਾਂ ਬਰਦਾਸ਼ਤ ਕਰਕੇ ਵੀ ਉਹ ਸਾਰਾ ਕੁਝ ਬਰਦਾਸ਼ਤ ਕਰ ਰਹੇ ਨੇ ਕਿਸਾਨ। ਰਖੜਾ ਸਾਹਿਬ, ਕਿਸਾਨਾਂ ਦੀ ਐਡੀ ਵੱਡੀ ਮੂਵਮੈਂਟ ਦਾ ਖੜੇ ਹੋਣਾ ਤੁਸੀਂ ਇਤਿਹਾਸ ਦੇ ਵਿੱਚ, ਤੇ ਕਦੋਂ ਤੱਕ ਤੁਸੀਂ ਕਿਵੇਂ ਦੇਖਦੇ ਹੋ ਕਿ ਕਿੰਨੇ ਕੁ ਸਾਲਾਂ ਬਾਅਦ ਇਹੋ ਜਿਹੀ ਮੂਵਮੈਂਟ ਖੜੀ ਹੋਈ ਹੈ, ਪੰਜਾਬ ਜੀ ਦੀ ਲੀਡ ਲੈ ਰਿਹਾ? ਮੇਰਾ ਖਿਆਲ ਹੈ ਵੀ ਮੇਰੇ ਖਿਆਲ ਤਾਂ ਵੀ ਮੈਂ ਜ਼ਿੰਦਗੀ 'ਚ ਨਾ ਪੜ੍ਹੀ ਹੈ ਨਾ ਸੁਣੀ ਹੈ। ਇੱਕ ਤਾਂ ਆਪਣੀ ਜ਼ਿੰਦਗੀ ਦੀ ਗੱਲ ਹੁੰਦੀ, ਕਦੇ ਪੜ੍ਹੀ ਵੀ ਹੈ ਨਹੀਂ ਕਿ ਐਡੀ ਵੱਡੀ ਮੂਵਮੈਂਟ ਬਣੀ ਹੋਵੇ ਕਦੇ, ਤੇ ਇੰਨੀ ਸ਼ਾਂਤਪੂਰ ਤਰੀਕੇ ਨਾਲ ਚੱਲੀ ਹੋਵੇ, ਬਿਨਾਂ ਤੋੜ ਭੰਨ ਤੋਂ ਚੱਲੀ ਹੋਵੇ। ਆਹ ਅਮਰੀਕਾ ਆਪਾਂ ਕਿੰਨਾ ਬੜਾ ਕੰਟਰੀ ਕਹਿੰਦੇ, ਉੱਥੇ ਕੀ ਕੁਛ ਹੋ ਜਾਂਦਾ। ਪਰ ਪਹਿਲੀ ਵਾਰੀ ਹੈ ਇਹ ਹਿੰਦੁਸਤਾਨ ਦੇ ਵਿੱਚ ਪੰਜਾਬ ਦੀ, ਪੰਜਾਬੀਆਂ ਦੀ ਇਹ ਇੰਨੀ ਡੈਮੋਕ੍ਰੇਸੀ ਦੀ ਲੜਾਈ ਚੱਲ ਰਹੀ ਹੈ। ਇਹਦਾ ਜਿੰਨੀ ਇਹਦੀ ਦਾਦ ਦੀ ਉਨੀ ਥੋੜ੍ਹੀ ਹੈ। ਰਖੜਾ ਸਾਹਿਬ, ਜੋ ਕਿਸਾਨ ਆਗੂ ਲੀਡ ਕਰ ਰਹੇ ਨੇ ਇਸ ਕਿਸਾਨ ਅੰਦੋਲਨ ਨੂੰ, ਉਹਨਾਂ ਦੀ ਕਾਰਜਕਾਰੀ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਦੋਂ ਵਧੀਆ ਕਾਰਗੁਜ਼ਾਰੀ ਹੋ ਹੀ ਨਹੀਂ ਸਕਦੀ ਉਹਨਾਂ ਦੀ, ਜਿੰਨੇ ਇਮਾਨਦਾਰੀ ਤੇ ਦਿਆਨਦਾਰੀ ਦੇ ਨਾਲ ਕੰਮ ਕਰ ਰਹੇ ਨੇ, ਜਿੰਨੇ ਉਹ ਬਹੁਤ ਸਹਿਨਸ਼ੀਲਤਾ ਨਾਲ ਕੰਮ ਕਰ ਰਹੇ ਨੇ ਔਰ ਵਧੀਆ ਤਰੀਕੇ ਨਾਲ ਕਰ ਰਹੇ ਨੇ। ਕੋਈ ਮੇਰੇ ਵਰਗਾ ਬੰਦਾ ਉੱਥੇ ਚੰਗੀ ਮਾੜੀ ਗੱਲ ਕਹਿ ਵੀ ਦਿੰਦਾ ਹੈ, ਪਰ ਉੱਥੋਂ ਐਡਵਾਈਸ ਕਰਦੇ ਨੇ ਵੀ ਆਪਾਂ ਨੂੰ ਕੋਈ ਉੱਚੀ ਨੀਵੀਂ ਗੱਲ ਨਹੀਂ ਕਰਨੀ, ਵਧੀਆ ਗੱਲ ਨਹੀਂ, ਕੋਈ ਤੋੜ ਫੜ ਨਹੀਂ ਕਰਨੀ, ਔਖੇ ਹੋ ਕੇ ਕੱਟ ਲਓ, ਪਰ ਕੋਈ ਤੰਗ ਨਹੀਂ ਕਰਨਾ ਆਪਾਂ ਜੀ। ਸੋ ਰਖੜਾ ਸਾਹਿਬ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਚੈਨਲ ਪੰਜਾਬੀ ਡਾਕ ਤੇ ਬੜੀ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮਚ ਜੀ। ਦੋਸਤੋ, ਇਹ ਸਨ ਸਾਡੇ ਨਾਲ ਅਕਾਲੀ ਦਲ ਦੇ ਵੱਡੇ ਨੇਤਾ ਸਰਦਾਰ ਸੁਰਜੀਤ ਸਿੰਘ ਰਖੜਾ। ਅੱਜ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਸੀ, ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ, ਅੰਦੋਲਨ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ, ਪਾਰਟੀ ਨੂੰ ਲੈ ਕੇ ਗੱਲਾਂ ਬਾਤਾਂ ਕੀਤੀਆਂ, ਤੇ ਹੋਰ ਤਮਾਮ ਮਸਲਿਆਂ ਦੇ, ਭਖਦੇ ਮਸਲਿਆਂ ਦੇ, ਕਿਸਾਨੀ ਮਸਲਿਆਂ 'ਤੇ ਜਾਣਕਾਰੀ ਲਈ। ਆਪਾਂ ਗੱਲਬਾਤ ਕੀਤੀ ਕਿ ਕਿਸਾਨੀ ਮਸਲੇ ਦੇ ਵਿੱਚੋਂ ਹੱਲ ਕਿਵੇਂ ਨਿਕਲ ਕੇ ਆ ਸਕਦਾ, ਅਕਾਲੀ ਦਲ ਇੱਕ ਵਿਅਕਤੀ ਵਿਸ਼ੇਸ਼ ਦੇ ਤੌਰ 'ਤੇ ਕਿਵੇਂ ਉਹ ਕਰ ਰਹੇ ਨੇ, ਅੱਗੇ ਲੈ ਕੇ ਜਾ ਰਹੇ ਨੇ। ਤਾਂ ਦੋਸਤੋ, ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕਿਸਾਨ ਜਥੇਬੰਦੀ ਦੀ ਅਗਲੀ ਜੋ ਮੀਟਿੰਗ ਉਲੀਕੀ ਗਈ ਹੈ, ਇਹਦੀ ਮੀਟਿੰਗ ਦੇ ਵਿੱਚੋਂ ਕੀ ਨਿਕਲ ਕੇ ਆਉਂਦਾ। ਲਗਾਤਾਰ ਜੋ ਅਪਡੇਟ ਹੋਊਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਸਾਡੇ ਨਾਲ ਚੈਨਲ ਪੰਜਾਬੀ ਡਾਕ 'ਤੇ।